स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ, ਪਰ ਮਾਈਨਿੰਗ ਦਾ ਮੁੱਦਾ ਅਜਿਹਾ ਹੈ ਜਿਹੜਾ ਇੱਕ ਅਜਿਹਾ ਸੱਪ ਹੈ ਨਾ ਕਿ ਪਿਛਲੀ ਸਰਕਾਰ ਤੋਂ ਲੋਟ ਆਇਆ ਨਾ ਹੁਣ ਦੀ ਸਰਕਾਰ ਤੋਂ ਆ ਰਿਹਾ। ਹੁਣ ਦੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਪਾਰਟੀ, ਉਹ ਕਹਿੰਦੀ ਸੀ ਕਿ ਆਂਦਿਆਂ ਸਾਰ ਅਸੀਂ ਅਜਿਹਾ ਰੇਤੇ ਦਾ ਭਾਅ ਕਰ ਦੇਣਾ ਕਿ ਫ੍ਰੀ ਦੇ ਭਾਅ ਤੁਸੀਂ ਲੁੱਟ ਕੇ ਲੈ ਕੇ ਜਾਓਗੇ ਰੇਤਾ। ਪਰ ਰੇਤਾ फ्री का तो की होना, मुल का भी नहीं मिलता। विरोधी तरह तो कहती ने मुल का देने तो बाद सानू जीटी देना पैंदा है, यानी कि गुंडा टैक्स भी देना पैंदा है। उस तो बाद भी रेता सानू पीपियां दे विच मिलदी है, ट्रालियां दे विच नहीं मिलती। अजिहे दे विच जिहड़े दावे सीगे कि ट्रालियां ट्रैक्टर तुसीं भर लैके जाओगे, ट्रक भर लैके जाओगे, वो दावे कित्थे गए? कैप्टन अमरिंदर सिंह जो हवाई दौरा करते हैं तो कहते हैं कि मैनूं साफ नज़र आ रहा है कि इत्थे खनन हो रहा, कार्रवाई क्यों नहीं होंदी? 2 दिनों के विच कार्रवाई सारे SSP डिप्टी कमिश्नर करन। पता नहीं हुण हवाई दौरे दे विच धुंध शायद ज़्यादा हो गई, मौसम बदल गया तो उन्होंने नज़र नहीं आती कि हले भी खनन हो रहा। अजिहे दे विच सवाल विरोधी तरह वार-वार चुकदियां ने कि घट्टो घट्ट रब दा वास्ता ने कुदरत दे वल्लों ही थोड़ा जिहा रहम कर दिओ, लोकां ते नहीं करना। ਇੰਨੀਆਂ 30-30 ਫੁੱਟ ਡੂੰਘੀਆਂ ਖੱਡਾਂ ਖੋਦ ਦਿੱਤੀਆਂ ਗਈਆਂ ਨੇ। ਵਾਤਾਵਰਨ ਕਿੱਧਰ ਨੂੰ ਜਾ ਰਿਹਾ ਅਸੀਂ ਸਾਰੇ ਦੇਖ ਰਹੇ ਹਾਂ। ਅਜਿਹੇ ਦੇ ਵਿੱਚ ਹੁਣ ਹੋਏਗਾ ਕੀ ਇਸ ਮੁੱਦੇ ਦਾ? ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਖਜ਼ਾਨੇ ਭਰ ਲਾਂਗੇ ਮਾਈਨਿੰਗ ਦੇ ਨਾਲ, ਉਹ ਖਜ਼ਾਨੇ ਵੀ ਖਾਲੀ ਨੇ, ਮਾਈਨਿੰਗ ਵੀ ਚੱਲ ਰਹੀ ਹੈ ਤੇ ਰੇਤਾ ਲੁੱਟਿਆ ਤੇ ਕੁੱਟਿਆ ਜਾ ਰਿਹਾ। ਅਜਿਹੇ ਦੇ ਵਿੱਚ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਹ ਲੁੱਟ ਕਦੇ ਬੰਦ ਹੋ ਸਕੇਗੀ ਜਾਂ ਨਹੀਂ ਹੋ ਸਕੇਗੀ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਮਹਿਮਾਨਾਂ ਦੇ ਨਾਲ ਜਾਣ ਪਛਾਣ ਕਰਾ ਦਿੰਦੇ ਹਾਂ। NK ਸ਼ਰਮਾ ਸਾਹਿਬ ਵਿਧਾਇਕ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਮੌਜੂਦ ਨੇ। ਡਾਕਟਰ ਜਗੀਰ ਸਿੰਘ ਜੀ ਬੁਲਾਰ ਨੇ ਪੰਜਾਬ ਕਾਂਗਰਸ ਦੇ, ਨੀਲ ਗਰਗ ਸਾਹਿਬ ਬੁਲਾਰ ਨੇ ਆਮ ਆਦਮੀ पार्टी दे, दिनेश चड्डा जी RTI कारकुन ने, साधु सिंह बराड़ साहब सीनियर पत्रकार ने। बहुत बहुत स्वागत है सारे मेहमानों का। शर्मा साहब तुहाडे तो ही मैं शुरुआत करदा। ये वीडियो भी मैनूं लगदा तुहाडी चल रही है कि तुसीं वीडियो एक वायरल की है। ये थोड़ा जिहा ये दसो कि जदों भी ये 2 चीज़ां ने, ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮਾਈਨਿੰਗ ਹੋ ਰਹੀ ਹੈ, ਸ਼ਰੇਆਮ ਮਾਈਨਿੰਗ ਹੋ ਰਹੀ ਹੈ, ਤੇ ਜਦੋਂ ਅਸੀਂ ਦੂਜੀ ਧਿਰ ਤੋਂ ਪੁੱਛ ਰਹੇ ਹਾਂ ਕਿ ਮਾਈਨਿੰਗ ਹੋ ਰਹੀ ਹੈ, ਕਹਿੰਦੇ ਹਾਂਜੀ ਹੋ ਰਹੀ ਹੈ, ਸਾਡੇ ਕੋਲ ਲਾਇਸੈਂਸ ਹੈ, ਅਸੀਂ ਸਰਕਾਰ ਤੋਂ ਮਨਜ਼ੂਰਸ਼ੁਦਾ ਜਿਹੜੀ ਹੈ ਮਾਈਨਿੰਗ ਕਰ ਰਹੇ ਹਾਂ। ਅਜਿਹੇ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਜਾ ਕੇ ਇਹ ਕਹਿ ਦਿਓ ਕਿ ਇਹ ਮਾਈਨਿੰਗ ਨਜਾਇਜ਼ ਹੈ, ਇਹ ਮਾਈਨਿੰਗ ਜਾਇਜ਼ ਨਹੀਂ ਹੈ, ਇਹਦਾ ਕੋਈ ਪ੍ਰੂਫ ਵੀ ਹੋਣਾ ਚਾਹੀਦਾ। ਆਪਣੇ ਕੋਲ ਤੱਥ ਕੀ ਹੁੰਦੇ ਨੇ ਕਿ ਜਿੱਦਾਂ ਮਰਜ਼ੀ ਅਸੀਂ ਵੀਡੀਓ ਬਣਾ ਕੇ ਇਹ ਕਹਿ ਦਈਏ ਕਿ ਦੇਖੋ ਜੀ ਇਲੀਗਲ ਮਾਈਨਿੰਗ ਹੋ ਰਹੀ ਹੈ? ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਈ, ਬੜੇ ਵੱਡੇ ਦਾਅਵੇ ਕਰੇ ਇਹਨਾਂ ਨੇ ਵੀ ਮਾਈਨਿੰਗ ਅਸੀਂ ਰੇਤਾ ਫ੍ਰੀ ਕਰ ਦਾਂਗੇ, 1000 ਕਰੋੜ ਰੁਪਏ ਦੀ ਅਸੀਂ ਸਰਕਾਰ ਨੂੰ ਕਮਾਈ ਕਰਾਂਗੇ ਜੀ, ਇਹ ਕਰਾਂਗੇ ਜੀ। ਤੇ ਕਮਾਈ ਕਿੰਨੀ ਹੋਈ ਪਿਛਲੇ ਸਾਲ? ਸਾਡੀ ਸਰਕਾਰ ਜਦੋਂ ਅਖੀਰਲੇ ਸਾਲ 103 ਕਰੋੜ ਰੁਪਏ ਮਾਈਨਿੰਗ ਤੋਂ ਜਿਹੜੀ ਆਕਸ਼ਨ ਤੋਂ ਆਏ ਸੀਗੇ, ਤੇ ਇਹਨਾਂ ਦੇ ਟਾਈਮ ਤੇ ਪਿਛਲੇ ਸਾਲ ਆਇਆ 38 ਕਰੋੜ ਰੁਪਏ ਟੋਟਲ। ਦੂਸਰੀ ਗੱਲ ਆ ਜਿਹੜੀ ਇਹਨਾਂ ਨੇ ਇਲੀਗਲ ਵਾਲੀ ਗੱਲ ਤੁਸੀਂ ਵੀ ਕਹੀ ਆ ਜੀ, ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਅੱਜ ਦੀ ਡੇਟ 'ਚ ਮੇਰੇ ਹਲਕੇ 'ਚ ਇੱਕ ਵੀ ਮਾਈਨਿੰਗ ਜਿਹੜੀ ਲੀਗਲ ਔਰ ਅਲਾਟਡ ਨਹੀਂ ਹੈਗੀ। ਇਹਨਾਂ ਨੇ ਨਵਾਂ ਸਿਸਟਮ ਕਿਆ ਬਣਾ ਲਿਆ? ਸਰਕਾਰ ਨੇ ਇੱਕ ਸ਼ਰਤ ਰੱਖਤੀ ਵੀ ਜਿਹੜੀ ਜਿਸ ਦਿਨ ਆਕਸ਼ਨ ਹੋ ਗਈ ਉਸ ਤੋਂ ਬਾਅਦ EC ਦੀ ਇਨਵਾਇਰਮੈਂਟਲ ਕਲੀਅਰੈਂਸ ਲੈਣੀ ਆ, ਫਿਰ ਧਰਮ ਝੰਡਾ ਲਾਣਾ ਹੈਗਾ, ਉਸ ਤੋਂ ਬਾਅਦ ਤੁਸੀਂ ਲੀਗਲ ਮਾਈਨਿੰਗ ਜਿਹੜੀ ਉਹ ਕਰ ਸਕਦੇ ਹੋ। ਤੇ ਇਹਨਾਂ ਨੇ ਸਰਕਾਰ ਨੇ ਕਿਆ ਕਰਿਆ? ਇਹ ਪਹਿਲੀ ਸਰਕਾਰ ਆ ਜਿਹਨੇ ਆਪਣਾ ਐਡਵਾਈਜ਼ਰ ਲਾਇਆ ਗੁੰਡਾ ਟੈਕਸ ਔਰ ਰੇਤ ਮਾਫੀਆ ਜਿਹੜਾ ਇਕੱਠਾ ਕਰਨ ਵਾਸਤੇ। ਇਹ ਕਿਆ ਕਰਦੇ ਆ ਜੀ? ਆਕਸ਼ਨ ਕਰ ਦਿੰਦੇ ਆ, ਠੀਕ ਹੈ, ਤੇ ਠੇਕੇਦਾਰਾਂ ਦੇ ਹਵਾਲੇ ਮਾਈਨਸ ਕਰ ਦਿੰਦੇ ਆ। ਉਹ 8-10 ਮਹੀਨੇ ਪੱਟਦਾ ਹੈਗਾ, 8-10 ਮਹੀਨੇ ਬਾਅਦ ਅਪਰੂਵਲ ਆਂਦੀ ਆ, ਉਸ ਟਾਈਮ ਉਹ ਰੇਤਾ ਖਤਮ ਹੋ ਜਾਂਦਾ, ਫਿਰ ਉਹ ਸਰੈਂਡਰ ਕਰ ਦਿੰਦੇ ਆ। ਮਤਲਬ ਕਰੋੜਾਂ ਰੁਪਏ ਦੀ ਰੇਤ ਜਿਹੜੀ ਇਲੀਗਲੀ ਪੱਟ ਕੇ ਚਲੇ ਜਾਂਦੇ ਆ ਤੇ ਰੈਵਨਿਊ ਇੱਕ ਵੀ ਨਹੀਂ ਆਂਦਾ। ਫਿਰ ਰੇਟ ਤੁਸੀਂ ਲਾ ਲਿਓ, ਰੇਤਾ ਜਿਹੜਾ 5500 ਰੁਪਏ ਸੈਕੜਾ ਪਲੱਸ GT ਪਲੱਸ ਗੁੰਡਾ ਟੈਕਸ ਜਿਹੜਾ ਐਕਸਟਰਾ ਹੈਗਾ, ਇਹ ਸਰਕਾਰ 'ਚ ਰੇਤੇ ਦਾ ਰੇਟ ਆ। ਔਰ ਬਜਰੀ ਦਾ ਤਾਂ ਮੇਰਾ ਖਿਆਲ ਪਤਾ ਨਹੀਂ, ਲਾ ਲਿਓ ਤੁਸੀਂ ਵੀ 10,000 ਰੁਪਏ ਸੈਕੜਾ ਹੋਣਾ ਪਲੱਸ ਗੁੰਡਾ ਟੈਕਸ ਅਲੱਗ ਹੈਗਾ। ਜੇ ਮੈਂ ਤੁਹਾਨੂੰ ਸਟੋਰੀ ਆ ਤੁਸੀਂ ਦੇਖੀ ਆ, ਮੈਨੂੰ ਲੋਕਾਂ ਨੇ ਸ਼ਿਕਾਇਤ ਕਰੀ ਵੀ ਉੱਥੇ ਮਾਈਨਿੰਗ ਚੱਲ ਰਹੀ ਹੈ। ਵੈਸੇ ਤਾਂ ਮੈਂ ਹਰ ਚੌਥੇ ਦਿਨ SDM ਨੂੰ, DC ਸਾਹਿਬ ਨੂੰ, SSP ਨੂੰ ਫੋਨ ਵੀ ਕਰਦਾ, ਜਾ ਕੇ ਵੀ ਮਿਲਦਾ, ਇਹਨੂੰ ਬੰਦ ਕਰੋ। ਪਰ ਹੱਦ ਉਹ ਹੋ ਗਈ ਵੀ ਸਾਡੇ ਹਲਕੇ 'ਚ ਹਿੰਦੁਸਤਾਨ ਦਾ ਸਭ ਤੋਂ ਵੱਡਾ ਜੂ ਆ, ਉੱਥੇ ਬੜਾ ਵੱਡਾ ਜੰਗਲ ਆ, ਜੰਗਲ 'ਚ ਓਪਨ ਸ਼ੇਰ ਸਫਾਰੀ ਵੀ ਆ, ਹਿਰਨ ਸਫਾਰੀ ਵੀ ਹੈਗੀ, ਡੀਅਰ ਸਫਾਰੀ ਵੀ ਆ। ਉਹਦੀ ਜੜ 'ਚ ਬੜੇ ਬੜੇ ਦਰਖਤ ਖੜੇ ਆ। ਮੈਨੂੰ ਕਿਸੇ ਨੇ ਦੱਸਿਆ ਵੀ ਅੱਜ ਬੜੀ JCBਆਂ ਟਰੱਕ ਲੱਗੇ ਉੱਥੇ ਇਲੀਗਲ ਮਾਈਨਿੰਗ ਚੱਲ ਰਹੀ ਆ। ਮੈਂ ਸਵੇਰੇ ਜੀ ਸਾਰੇ ਉਸ ਪਿੰਡ ਵਾਲਿਆਂ ਨੇ ਮੈਨੂੰ ਸ਼ਿਕਾਇਤ ਕਰੀ, ਪਿੰਡ ਵਾਲਿਆਂ ਨੂੰ ਨਾਲ ਲੈ ਕੇ ਮੈਂ ਉੱਥੇ ਜਦੋਂ ਪਹੁੰਚਿਆ ਤਾਂ ਤੁਸੀਂ ਦੇਖੋ ਉਹਦੇ ਟਰੱਕ ਚੱਲ ਰਹੇ, JCB ਚੱਲ ਰਹੇ, ਮੈਂ ਗੱਡੀਆਂ ਫਟਾਫਟ ਸਪੀਡ ਨਾਲ ਗੱਡੀਆਂ, ਹੋ ਸਕਦਾ ਮੇਰੀ ਗੱਡੀ ਉਹ ਪਲਟਾ ਦਿੰਦੇ। ਉਹ ਤਾਂ ਨਿਕਲ ਗਏ, ਇੱਕ JCB ਹਰੇ ਰੰਗ ਦੀ ਉੱਥੇ ਫਸ ਗਈ, ਖੜੀ ਸੀਗੀ। ਤੁਸੀਂ ਦੇਖੋ ਵੀ 60 ਫੁੱਟ ਉੱਚੀ ਮਾਈਨਿੰਗ, ਦਰਖਤ ਪੱਟ ਕੇ ਲੈ ਜਾਂਦੇ ਆ, ਜੜਾਂ ਤੋਂ ਪੱਟੇ ਪਈਆਂ, ਤੇ ਇਲੀਗਲ ਮਾਈਨਿੰਗ ਦੱਬ ਕੇ ਚੱਲ ਰਹੀ ਆ। ਔਰ ਮੈਂ ਦਾਅਵੇ ਨਾਲ ਅੱਜ ਤੁਹਾਡੇ ਸਾਹਮਣੇ ਕਹਿ ਰਿਹਾ ਵੀ ਛੱਤ ਦੀ ਕੋਈ ਮਾਈਨ ਲੀਗਲ ਅਲਾਟਡ ਨਹੀਂ ਹੈਗੀ ਪਿਛਲੇ 2 ਸਾਲਾਂ ਤੋਂ।
ਤੇ ਉੱਥੇ 60 ਮੁੰਡੇ ਜੁੰਗੇ ਖੱਡੇ ਪਾਏ ਹੋਏ। ਮੈਂ ਜੀਸੀਬੀ ਦੀਆਂ ਫੋਟੋਆਂ ਵੀ ਵਾਇਰਲ ਕਰੀਆਂ, ਸਾਰੀਆਂ ਵਾਇਰਲ ਕੀਤੀਆਂ। ਇਸ ਤੋਂ ਇਲਾਵਾ ਇਸੇ ਤਰ੍ਹਾਂ ਪੀਰਮਛਾਲੇ 'ਚ, ਇਸੇ ਤਰ੍ਹਾਂ ਖੇਲਣ ਪਿੰਡ 'ਚ, ਇਸੇ ਤਰ੍ਹਾਂ ਸਤਾਰਪੁਰ 'ਚ, ਇਸੇ ਤਰ੍ਹਾਂ ਕਕਰਾਲੀ 'ਚ ਤੁਸੀਂ ਜਾ ਕੇ ਦੇਖੋ ਕਿੱਡੀ ਜ਼ਬਰਦਸਤ ਇਲੀਗਲ ਜਿਹੜੀ ਮਾਈਨਿੰਗ। ਅੱਛਾ ਚਲੋ, ਬੜੀਆਂ ਸਾਰੀਆਂ ਸਟੋਰੀਆਂ ਸਾਡੇ ਕੋਲ ਆਉਂਦੀਆਂ ਨੇ। ਬੜੀ ਵਾਰੀ ਇਹ ਹੁੰਦਾ ਹੈ ਕਿ ਸੰਬੰਧਿਤ ਵਿਭਾਗ ਕਹਿੰਦਾ ਕਿ ਸਾਨੂੰ ਤੇ ਇਹਦੀ ਕੋਈ ਜਾਣਕਾਰੀ ਨਹੀਂ ਹੈ, ਜਾਣਕਾਰੀ ਸਾਡੇ ਕੋਲ ਆ ਗਈ ਅਸੀਂ ਕਾਰਵਾਈ ਕਰਾਂਗੇ। ਅਜੇ ਇਹਦੇ ਵਿੱਚ 2-4 ਦਿਨ ਜ਼ਰੂਰ ਮਾਈਨਿੰਗ ਬੰਦ ਰਹਿੰਦੀ ਹੈ, ਫਿਰ ਸ਼ੁਰੂ ਹੋ ਜਾਂਦੀ। ਕੀ ਇਹ ਹੋ ਸਕਦਾ ਹੈ ਕਿ ਸੰਬੰਧਿਤ ਵਿਭਾਗ ਨੂੰ ਇਹ ਪਤਾ ਹੀ ਨਾ ਹੋਵੇ ਕਿ ਉਹ ਫਲਾਣੇ ਇਲਾਕੇ ਦੇ ਵਿੱਚ ਮਾਈਨਿੰਗ ਹੋ ਰਹੀ ਹੈ? ਜਿਹੜਾ ਪੰਜਾਬ ਦਾ ਲੀਗਲ ਮਾਈਨਿੰਗ ਡਿਪਾਰਟਮੈਂਟ ਆ, ਅਸਲ 'ਚੋਂ ਮਾਈਨਿੰਗ ਮਾਫੀਆ ਹੈਗਾ, ਉਹ ਲੀਡਰਾਂ ਨੂੰ ਦੱਸਦਾ ਹੈਗਾ ਵੀ ਕਿੱਥੇ ਮਾਈਨਿੰਗ ਕਰਨੀ ਹੈਗੀ ਆ। ਫਿਰ ਪੁਲਿਸ ਅਫਸਰ ਤੇ ਸਾਰੇ ਜਾ ਕੇ ਰੈਕੀ ਕਰਦੇ ਆ, ਫਿਰ ਉਹ ਮਾਈਨਿੰਗ ਹੁੰਦੀ ਹੈ। ਨਹੀਂ, ਸਭ ਤੋਂ ਵੱਡਾ ਮਾਈਨਿੰਗ ਮਾਫੀਆ ਜਿਹੜਾ ਉਹ ਮਾਈਨਿੰਗ ਡਿਪਾਰਟਮੈਂਟ। ਔਰ ਮੇਰੇ ਹਲਕੇ 'ਚ ਮਾਈਨਿੰਗ ਕੌਣ ਕਰ ਰਿਹਾ? ਸੀਐਮ ਸਾਹਿਬ ਨੇ ਐਡਵਾਈਜ਼ਰ ਰੱਖੇ ਹੋਏ ਕਿੱਕੀ ਢਿੱਲੋਂ, ਉਹਦਾ ਭਰਾ ਸਾਡੇ ਹਲਕੇ ਦਾ, ਆਪਾਂ ਤਾਂ ਹਲਕਿਆ ਹੋਇਆ ਇੰਚਾਰਜ ਹੀ ਕਹਾਂਗੇ ਢਿੱਲੋਂ ਸਾਹਿਬ ਹੈ। ਇਸ ਜ਼ਿਲ੍ਹੇ ਦਾ ਜਿਹੜਾ ਮੰਤਰੀ ਆ ਉਹ, ਇਹ ਸਾਰੇ ਰਲ ਕੇ ਮਾਈਨਿੰਗ ਕਰ ਰਹੇ ਆ। ਔਰ ਮੀਡੀਆ ਪ੍ਰੈਸ ਰੱਜ ਲਈ ਖਬਰਾਂ ਲਾ ਕੇ, ਪਰ ਅੱਜ ਤੱਕ ਕੋਈ ਅਸਰ ਨਹੀਂ। ਔਰ ਹੈਰਾਨੀ। ਚਲੋ ਮੈਂ ਰਿਐਕਸ਼ਨ ਲੈ ਲਾਂ ਕਿ ਡਾਕਟਰ ਜਗੀਰ ਸਿੰਘ ਜੀ ਤੋਂ। ਡਾਕਟਰ ਜਗੀਰ ਸਿੰਘ ਜੀ, ਤੁਹਾਡੇ ਸਾਹਮਣੇ ਹੀ ਕਹਿ ਰਹੇ ਨੇ ਕਿ ਮਾਈਨਿੰਗ ਦਾ ਬੁਰਾ ਹਾਲ ਹੈ, ਔਰ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਨੇ ਵੀ ਇਹ ਤਸਵੀਰਾਂ ਜਨਤਕ ਕੀਤੀਆਂ ਸੀ, ਹਾਲਾਂਕਿ ਉਹਨਾਂ ਦੀ ਵੀ ਮਾਰ ਕੁਟਾਈ ਹੋ ਗਈ ਉਸ ਤੋਂ ਬਾਅਦ, ਪਰ ਕੋਈ ਅਸਰ ਨਹੀਂ ਹੋ ਰਿਹਾ ਅਜਿਹਾ ਲੱਗਦਾ। ਇੱਕ ਮਿੰਟ, ਮੇਰੀ ਪਹਿਲਾ ਸਵਾਲ ਤਾਂ ਪੂਰਾ ਹੋ ਲੈਣ ਦਿਓ। ਮੈਨੂੰ ਪਤਾ ਜਵਾਬ ਤੁਹਾਡੇ ਕੋਲ ਘੜੇ ਨੇ, ਪਰ ਸਵਾਲ ਤਾਂ ਪੂਰਾ ਹੋ ਲੈਣ ਦਿਓ। ਅਜਿਹੇ ਦੇ ਵਿੱਚ ਸਮਝ ਨਹੀਂ ਆਉਂਦਾ ਕਿ ਇਹ ਇਲਜ਼ਾਮ ਕਿਸ ਤੇ ਲਾਈਏ। ਕੀ ਇਹ ਸਰਕਾਰੀ ਅਫਸਰਾਂ ਦੀ ਮਿਲੀ ਭਗਤ ਦੇ ਨਾਲ ਲੁੱਟ ਖਸੁੱਟ ਹੋ ਰਹੀ ਹੈ, ਜਾਂ ਜਿਹੜੀ ਗੱਲ ਸ਼ਰਮਾ ਸਾਹਿਬ ਕਹਿ ਰਹੇ ਨੇ ਕਿ ਹੋ ਹੀ ਨਹੀਂ ਸਕਦਾ ਕਿ ਸਿਆਸੀ ਪੁਸ਼ਤਪਨਾਈ ਤੋਂ ਬਿਨਾਂ ਕੰਮ ਹੋ ਰਿਹਾ ਹੋਵੇ? ਹਰਪ੍ਰੀਤ ਜੀ, ਸ਼ਰਮਾ ਜੀ ਦੇ ਤਰਕ ਤੇ ਮੈਨੂੰ ਬੜਾ ਹਾਸਾ ਆ ਰਿਹਾ ਵੀ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ। ਜਿਨ੍ਹਾਂ ਲੋਕਾਂ ਦਾ ਆਪਣਾ ਚੋਲਾ ਲੀਰੋ ਲੀਰ ਹੋਵੇ, ਜਿਨ੍ਹਾਂ ਦਾ ਚੋਲਾ ਦਾਗੋ ਦਾਗ ਹੋਵੇ, ਉਹ ਦੂਸਰਿਆਂ ਤੇ ਉਂਗਲ ਉਠਾਉਣ, ਮੈਂ ਸਮਝਦਾ ਕਿ ਠੀਕ ਨਹੀਂ। ਪੰਜਾਬ ਦਾ ਬੱਚਾ ਜਾਣਦਾ ਹੈ। ਕਿਸੇ ਤੋਂ ਪੁੱਛ ਲਓ, ਸਾਰੇ ਪੰਜਾਬ ਵਾਸੀਆਂ ਤੋਂ, ਜੀ ਰੇਤਾ ਚੋਰ ਕੌਣ ਹੈ? ਉਹ ਕਹਿਣਗੇ ਕਾਲੀ ਜੀ। ਬਜਰੀ ਚੋਰ ਕੌਣ ਨੇ? ਕਾਲੀ ਜੀ। ਮੀਡੀਆ ਦੇ ਕਬਜ਼ਾ ਕਿਹਨਾਂ ਕੀਤਾ ਹੈ? ਕਾਲੀਆਂ ਨੇ ਜੀ। ਟਰਾਂਸਪੋਰਟ ਤੇ ਕਬਜ਼ਾ 10 ਸਾਲ ਕਿਹਨਾਂ ਕੀਤਾ ਜੀ? ਕਾਲੀਆਂ ਨੇ ਜੀ। ਅੱਛਾ ਚਲੋ, ਹੁਣ ਤਾਂ ਇਸ ਲਈ ਸ਼ਰਾਬ ਦੇ ਕਾਰੋਬਾਰ ਤੇ ਕਬਜ਼ਾ ਕਿਹਨਾਂ ਕੀਤਾ ਜੀ? ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਠੀਕ ਹੈ ਸਰਕਾਰ ਕਿਹਦੀ ਹੈ ਹੁਣ ਇਹ ਤਾਂ ਦੱਸ ਦਿਓ। ਇਹਨਾਂ ਦਾ ਇਸ ਕੰਮ ਦੇ ਵਿੱਚ ਬੜਾ ਤਜਰਬਾ ਹੈ। ਇਹ ਜਿਹੜੀਆਂ 60 ਫੁੱਟ ਡੂੰਘਾਈ ਦੀਆਂ ਗੱਲਾਂ ਕਰਦੇ ਸ਼ਰਮਾ ਜੀ ਮੇਰੇ ਦੋਸਤ ਜੀ, ਇਹਨਾਂ ਨੇ ਦੱਸੋ ਵੀ 10 ਸਾਲਾਂ ਦੇ ਵਿੱਚ ਕੀ ਮਾਰਕਾ ਮਾਰਿਆ ਸੀਗਾ। 15 ਤੋਂ 20 ਰੁਪਏ ਕੁਆਂਟਲ ਰੇਟ ਆਮ ਲੋਕਾਂ ਦੇ ਢਾਬਿਆਂ ਤੋਂ ਜਾਂ ਮਿਲਦੀ ਸੀ ਅੱਡਿਆਂ ਤੋਂ, ਉਹ 110 ਰੁਪਏ ਪ੍ਰਤੀ ਕੁਆਂਟਲ ਤੱਕ ਮਿਲਦੀ ਰਹੀ। ਜਿੰਨੇ ਰੇਟ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਹੁਣ ਜਗੀਰ ਸਿੰਘ ਜੀ ਹੁਣ ਕੀ ਰੇਟ ਮਿਲ ਰਿਹਾ ਹੈ? 25 ਤੋਂ 30 ਰੁਪਏ ਕੁਆਂਟਲ ਖੁੱਲਾ ਰੇਟ ਆਮ ਮਿਲ ਰਿਹਾ ਹੈ। ਅੱਛਾ, ਤੁਸੀਂ ਇਹ ਦਾਵਾ ਕਰਦੇ ਹੋ? ਇੱਕ ਮਿੰਟ ਡਾਕਟਰ ਜਗੀਰ ਸਿੰਘ ਜੀ, ਤੁਸੀਂ ਇਹ ਦਾਵਾ ਕਰਦੇ ਹੋ ਕਿ 25 ਤੋਂ 30 ਰੁਪਏ ਕੁਇੰਟਲ ਤੁਸੀਂ ਦਵਾਓਗੇ ਰੇਤਾ? ਇਹ ਠੇਕੇਦਾਰ ਨੇ ਸ਼ਰਮਾ ਸਾਹਿਬ, ਮੈਂ ਹੁਣੇ ਆਰਡਰ ਦਵਾ ਦੇਣਾ ਤੁਹਾਨੂੰ। ਖੁੱਲੀ ਮਾਰਕੀਟ 'ਚ ਚੱਲ ਰਿਹਾ, ਮੈਂ ਹੁਣੇ ਆਰਡਰ ਦਵਾ ਦੇਣਾ ਤੁਹਾਨੂੰ। ਖੁੱਲੀ 'ਚ ਚੱਲ ਰਿਹਾ ਤੁਹਾਨੂੰ 5 ਲੱਖ ਰੁਪਏ ਦਾ ਆਰਡਰ ਦਵਾ ਦਿੰਦੇ ਆ ਹੁਣੇ ਹੀ, ਜੇ ਤੁਸੀਂ ਦਾਵਾ ਕਰਦੇ ਹੋ ਕਿ 25 ਤੋਂ 30 ਰੁਪਏ ਕੁਇੰਟਲ ਤੁਸੀਂ ਦਵਾ ਦੋਗੇ। ਸਰ ਸਾਡੇ ਏਰੀਏ 'ਚ ਤਾਂ 25 ਤੋਂ 30 ਰੁਪਏ। ਹੁਣ ਤੁਸੀਂ ਆਪਣੀ ਜ਼ੁਬਾਨ ਤੋਂ ਫਿਸਲ ਰਹੇ ਹੋ। ਹੁਣ ਤੁਸੀਂ ਆਪਣੇ ਏਰੀਏ 'ਚ ਆ ਗਏ। ਅਸੀਂ ਤੁਹਾਡੇ ਏਰੀਏ ਦੀ ਗੱਲ ਨਹੀਂ ਕਰ ਰਹੇ, ਅਸੀਂ ਮੁਕੰਮਲ ਪੰਜਾਬ ਦੀ ਗੱਲ ਕਰ ਰਹੇ ਹਾਂ। ਤੁਸੀਂ ਦਾਵਾ ਕਰੋ ਕਿ ਇੰਨਾ ਸਸਤਾ ਰੇਤਾ ਹੈਗਾ, ਇੰਨਾ ਸਸਤਾ ਰੇਤਾ ਹੈਗਾ, ਤੁਸੀਂ ਦਾਵਾ ਕਰਦੇ ਹੋ। ਗੁੰਡਾ ਟੈਕਸ ਆ ਤੁਹਾਡਾ, ਤੇ ਤੁਸੀਂ, ਮੈਂ ਤੁਹਾਨੂੰ ਆਰਡਰ ਦਵਾ ਦਿੰਦਾ। 25 ਰੁਪਏ ਦਾ ਗੁੰਡਾ ਟੈਕਸ ਲਾਇਆ ਹੋਇਆ ਤੁਸੀਂ। ਉਸੇ ਦੀ ਗੱਲ ਕਰ ਰਹੇ। ਅੱਛਾ, ਗੁੰਡਾ ਟੈਕਸ 25 ਰੁਪਏ। ਹਾਂ, ਕਹਿ ਸਕਦੇ ਸ਼ਰਮਾ ਜੀ, ਤੁਹਾਨੂੰ ਆਪਦੇ ਸਮੇਂ ਦੀਆਂ ਗੱਲਾਂ ਯਾਦ ਆ ਰਹੀਆਂ ਨੇ। ਇਹ ਗੁੰਡਾ ਟੈਕਸ ਤੁਹਾਡੇ ਸਮੇਂ ਚੱਲਦਾ ਸੀਗਾ। ਅੱਛਾ ਚਲੋ ਜਗੀਰ ਸਿੰਘ ਜੀ, ਆਪਾਂ ਇਲਜ਼ਾਮਬਾਜ਼ੀ ਤੇ ਨਾ ਆਈਏ, ਆਪਾਂ ਤਰਕ ਤੇ ਆ ਜਾਈਏ, ਆਪਾਂ ਚਲੋ ਫੈਕਟਸ ਤੇ ਆ ਜਾਈਏ। ਜਗੀਰ ਸਿੰਘ, ਡਾਕਟਰ ਜਗੀਰ ਸਿੰਘ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਤੁਹਾਡੇ ਮੁਤਾਬਕ, ਕਾਂਗਰਸ ਦੇ ਮੁਤਾਬਕ ਕਿਤੇ ਵੀ ਇਲੀਗਲ ਮਾਈਨਿੰਗ ਨਹੀਂ ਹੋ ਰਹੀ, ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਕਿਤੇ ਵੀ? ਬਿਲਕੁਲ ਨਹੀਂ ਹੋ ਰਹੀ। ਜੇ ਕਿਤੇ ਹੋ ਰਹੀ ਹੈ, ਚਲੋ ਇੱਕ ਮਿੰਟ ਨਹੀਂ ਹੋ ਰਹੀ ਨਾ, ਇੱਕ ਮਿੰਟ ਰੁਕੋ ਨਾ, ਇੱਕ ਮਿੰਟ। ਇਹ ਅਕਾਲੀ ਦਲ ਇਲਜ਼ਾਮ ਲਾਉਂਦਾ, ਆਮ ਆਦਮੀ ਪਾਰਟੀ ਵੀ ਇਲਜ਼ਾਮ ਲਾਏਗੀ। ਦਿਨੇਸ਼ ਚੱਡਾ ਮੇਰੇ ਕੋਲ ਨੇ, ਆਰਟੀਆਈ ਕਾਰਕੁਨ ਨੇ,
ਦਿਨੇਸ਼ ਚੱਡਾ ਜੀ, ਤੁਸੀਂ ਅਖਬਾਰਾਂ ਦੇ ਵਿੱਚ ਸਟੇਟਮੈਂਟਾਂ ਕੱਢਦੇ ਹੋ, ਸੋਸ਼ਲ ਮੀਡੀਆ ਤੇ ਵਾਇਰਲ ਹੋ ਤੁਸੀਂ ਕਹਿੰਦੇ ਹੋ, ਹੋਕੇ ਦਿੰਦੇ ਹੋ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਕਾਂਗਰਸ ਕਹਿੰਦੀ ਪੰਜਾਬ ਦੇ ਵਿੱਚ ਕੋਈ ਇੱਕ ਜਗ੍ਹਾ ਨਹੀਂ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੋਵੇ, ਜੇ ਹੋ ਰਹੀ ਹੈ ਤਾਂ ਤੁਰੰਤ ਕਾਰਵਾਈ ਹੁੰਦੀ ਹੈ। ਦੇਖੋ ਜੀ, ਮੈਂ ਕਹਿੰਦਾ ਤੁਸੀਂ ਅਕਾਲੀ ਦਲ ਵਾਲਿਆਂ ਦੀ ਗੱਲ ਵੀ ਛੱਡ ਦਿਓ, ਮੇਰੀ ਗੱਲ ਵੀ ਛੱਡ ਦਿਓ, ਸੋਸ਼ਲ ਮੀਡੀਆ ਸਾਰਾ ਛੱਡ ਦਿਓ। ਜਿਹੜੀ ਮੁਲਕ ਦੇ ਵਿੱਚ ਵਾਤਾਵਰਣ ਨੂੰ ਲੈ ਕੇ, ਵਾਤਾਵਰਣ ਨੂੰ ਬਚਾਉਣ ਦੇ ਲਈ ਸਰਵਉੱਚ ਅਦਾਲਤ ਹੈਗੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ, NGT। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜਨਵਰੀ 2019 ਦੇ ਵਿੱਚ ਹੁਕਮ ਕੀਤੇ ਸਨ ਰੋਪੜ ਜ਼ਿਲ੍ਹੇ ਦੇ ਵਿੱਚ ਨਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਣ ਦੇ ਲਈ। ਨਜਾਇਜ਼ ਮਾਈਨਿੰਗ ਦੇ ਨਾਲ ਜੋ ਇਕੋਲੋਜੀ ਦਾ, ਵਾਤਾਵਰਣ ਦਾ ਨੁਕਸਾਨ ਹੋਇਆ, ਉਹਦੀ ਰਿਪੋਰਟ ਤਿਆਰ ਕਰਨ ਦੇ ਲਈ ਇਹ ਹੁਕਮ ਕੀਤੇ ਸਨ, ਜਿਹੜੇ ਕਿ ਹੁਕਮ ਇਹ ਰਿਪੋਰਟ ਨੂੰ ਮੰਨ ਕੇ ਹੋਏ ਸਨ ਕਿ ਉੱਥੇ ਬਹੁਤ ਵੱਡੀ ਪੱਧਰ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਐਡੀ ਵੱਡੀ ਅਦਾਲਤ ਦੇ ਹੁਕਮਾਂ ਨੂੰ ਵੀ ਪੰਜਾਬ ਸਰਕਾਰ ਨੇ ਔਰ ਪ੍ਰਸ਼ਾਸਨ ਨੇ ਨਹੀਂ ਮੰਨਿਆ, ਜਿਸ ਕਰਕੇ ਅੱਜ ਉਹਦੀ ਉਲੰਘਣਾ ਦੀ ਪਟੀਸ਼ਨ ਜਿਹੜੀ ਹੈ ਉਹ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੱਗੀ ਹੋਈ ਸੀ ਮੇਰੇ ਵੱਲੋਂ, ਔਰ ਉਸ ਉਲੰਘਣਾ ਦੀ ਪਟੀਸ਼ਨ ਨੂੰ ਮੰਨਦੇ ਹੋਏ ਅੱਜ ਪੰਜਾਬ ਸਰਕਾਰ ਨੂੰ, ਮੁੱਖ ਸਕੱਤਰ ਪੰਜਾਬ ਨੂੰ ਜਿਹੜਾ ਨੋਟਿਸ ਜਾਰੀ ਹੋਇਆ ਕਿ ਤੁਸੀਂ ਕਿਉਂ ਸਾਡੇ ਹੁਕਮਾਂ ਦਾ ਮਜ਼ਾਕ ਉਡਾ ਰਹੇ ਆ, ਉਲੰਘਣਾ ਕਰ ਰਹੇ ਆ। ਔਰ NGT ਦੇ ਹੁਕਮਾਂ ਤੋਂ ਬਾਅਦ ਉਸ ਪਟੀਸ਼ਨ ਦੇ ਵਿੱਚ ਦੇ ਹਵਾਲੇ ਨਾਲ ਮੈਂ ਦੱਸ ਰਿਹਾ ਕਿ ਹੋਰ ਜ਼ਿਆਦਾ ਨਜਾਇਜ਼ ਮਾਈਨਿੰਗ ਵਧੀ ਹੈ, ਔਰ ਇਹ ਵੀ ਉਸ ਪਟੀਸ਼ਨ ਦਾ ਹਿੱਸਾ ਹੈ ਕਿ NGT ਦੇ ਹੁਕਮਾਂ ਤੋਂ ਬਾਅਦ ਉਲਟਾ ਗੁੰਡਾ ਟੈਕਸ ਦੇ ਨਾਕੇ ਸੜਕਾਂ ਦੇ ਉੱਪਰ ਲਗਾ ਕੇ ਜਿਹੜੀ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਦੇ ਵਿੱਚ ਸੜਕਾਂ ਦੇ ਉੱਪਰ ਗੁੰਡਾ ਟੈਕਸ ਦੇ ਨਾਕੇ ਲੱਗੇ ਹੋਏ ਨੇ। ਮੈਂ ਕਾਂਗਰਸ ਪਾਰਟੀ ਦੇ ਸਤਿਕਾਰਯੋਗ ਬੁਲਾਰਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਅਕਾਲੀ ਤੇ ਕਾਂਗਰਸੀ ਇੱਕ ਦੂਜੇ ਨੂੰ ਕੋਡ ਕਰਕੇ ਦੱਸ ਰਹੇ ਨੇ ਕਿ ਪੰਜਾਬ ਦੇ ਲੋਕ ਤੁਹਾਨੂੰ ਸੁਣ ਕੇ ਹੱਸ ਰਹੇ ਨੇ। ਪੰਜਾਬ ਦੇ ਲੋਕ ਹੱਸ ਨਹੀਂ ਰਹੇ, ਪੰਜਾਬ ਦੇ ਲੋਕ ਰੋ ਰਹੇ ਨੇ ਕਿ ਹੋ ਕੀ ਰਿਹਾ, ਕਿਹੜਾ ਮਾਹੌਲ ਪੰਜਾਬ ਦੇ ਵਿੱਚ ਬਣ ਗਿਆ। ਕਿ ਮੈਂ ਇਸ ਗੱਲ ਨਾਲ ਸਹਿਮਤ ਹੈ ਕਿ ਸਿਰਫ ਅੱਜ ਦੀ ਗੱਲ ਨਹੀਂ ਹੈ, ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਮਾਈਨਿੰਗ ਦੇ ਨਾਲ ਹਾਹਾਕਾਰ ਮਚੀ ਹੋਈ ਹੈ। ਪਰ ਜੋ ਹਾਲ ਅੱਜ ਹੋ ਗਿਆ, ਪ੍ਰਮੁੱਖ ਸੜਕਾਂ ਦੇ ਉੱਪਰ ਜਿਹੜੇ ਨਾਕੇ ਲੱਗੇ ਗੁੰਡਾ ਟੈਕਸ ਵਾਲਿਆਂ ਦੇ, ਪ੍ਰਮੁੱਖ ਸੜਕਾਂ ਦੇ ਉੱਪਰ ਬਾਹਰਲਿਆਂ ਰਾਜਾਂ ਤੋਂ ਆ ਕੇ ਬਿਨਾਂ ਨੰਬਰ ਪਲੇਟ ਗੱਡੀਆਂ ਵਾਲੇ ਹਥਿਆਰਬੰਦ ਗੁੰਡੇ ਘੁੰਮ ਰਹੇ ਨੇ, ਔਰ ਪੱਤਰਕਾਰ ਜਿਹੜੇ ਖਬਰਾਂ ਛਾਪਦੇ ਨੇ ਉਹਨਾਂ ਨੂੰ WhatsApp ਤੱਕ ਦੇ ਹਥਿਆਰਾਂ ਦੀਆਂ ਫੋਟੋਆਂ ਭੇਜ ਕੇ ਧਮਕਾਇਆ ਜਾ ਰਿਹਾ। ਜੇ ਤੁਸੀਂ ਇਸ ਗੱਲ ਨੂੰ ਕਹੋ ਕਿ ਪੰਜਾਬ ਦੇ ਲੋਕ ਹੱਸ ਰਹੇ ਨੇ, ਪੰਜਾਬ ਦੇ ਲੋਕ ਹੱਸ ਨਹੀਂ ਰਹੇ, ਪੰਜਾਬ ਦੇ ਲੋਕ ਰੋ ਰਹੇ ਨੇ। ਔਰ ਮੈਨੂੰ ਦੱਸ ਦਿਓ, ਜਿਹੜਾ ਜਗਜੀਤ ਸਿੰਘ ਦਾਵਾ ਕਰਦੇ ਨੇ ਕਿ ਰੇਤਾ ਬੜੀ ਆਮੋ ਆਮ ਹੈ, 25-30 ਰੁਪਏ ਮਿਲ ਰਹੀ ਹੈ, ਫਿਰ ਗੁੰਡਾ ਟੈਕਸ ਕਿਉਂ ਲੱਗੂਗਾ ਜੇ ਆਮੋ ਆਮ ਹੈ ਤਾਂ? ਇਹ 25 ਰੁਪਏ ਫੁੱਟ ਕੁਇੰਟਲ ਜਿਹੜਾ ਰੇਤੇ ਦੀ ਗੱਲ ਕਰਦੇ ਆ, 4 ਰੁਪਏ ਫੁੱਟ ਗੁੰਡਾ ਟੈਕਸ ਦੀ ਵਸੂਲੀ ਹੋ ਰਹੀ ਹੈ ਰੇਤੇ ਦੇ ਉੱਪਰ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਅਖਬਾਰਾਂ ਤੱਕ ਛਾਪ ਚੁੱਕੀਆਂ 4 ਰੁਪਏ ਫੁੱਟ ਜਿਹੜਾ ਗੁੰਡਾ ਟੈਕਸ। ਔਰ ਵੀਡੀਓ ਬਣਾ ਕੇ ਰੋਪੜ ਦੇ ਵਿੱਚ ਅਜੇ ਹਾਲ ਹੋ ਗਿਆ, ਮੈਂ ਵੀਡੀਓ ਪਾ ਕੇ ਫੇਸਬੁੱਕ ਤੇ ਪਾਈ ਸੀਗੀ, ਪੂਰੀ ਵਾਇਰਲ ਹੋਈ ਸਟੇਟ ਦੇ ਵਿੱਚ ਜੀ। ਇਹ ਪਹਿਲੀ ਵਾਰ ਹੋਇਆ ਕਿ ਟਰੱਕਾਂ ਨੂੰ ਰੋਕ ਕੇ ਜਿਹੜੇ ਗੁੰਡੇ ਐ ਫੀਤਾ ਲੈ ਕੇ ਉਹਦੀ ਮਨਾਈ ਕਰ ਰਹੇ ਐ ਕਿ ਇੰਚ ਤੇ ਜਿਹੜਾ ਗੁੰਡਾ ਟੈਕਸ ਵਸੂਲ ਕਰਨਾ। ਔਰ ਮੈਂ ਕਾਂਗਰਸ ਪਾਰਟੀ ਦੇ ਬੁਲਾਰਾ ਸਾਹਿਬ ਨੂੰ ਇਹ ਸਵਾਲ ਪੁੱਛਦਾ ਕਿ ਮਾਈਨਿੰਗ ਐਕਟ ਦੇ ਵਿੱਚ, ਕਿਸੇ ਕਾਨੂੰਨ ਦੇ ਵਿੱਚ ਕੋਈ ਸੜਕਾਂ ਦੇ ਉੱਪਰ ਨਾਕੇ ਲਾਉਣ ਦੀ ਪ੍ਰੋਵੀਜ਼ਨ ਨਹੀਂ ਹੈ। ਜੇ ਉਹ ਗੁੰਡਾ ਟੈਕਸ ਨਹੀਂ ਹੈ, ਜਿਹੜੇ ਲੋਕ ਸੜਕਾਂ ਤੇ ਨਾਕੇ ਲਾ ਕੇ ਬੈਠੇ ਨੇ ਹਜ਼ਾਰਾਂ ਸਮੇਤ ਬਾਹਰਲੇ ਰਾਜਾਂ ਦੇ ਲੋਕ, ਉਹ ਲੋਕ ਕੌਣ ਨੇ? ਰੋਪੜ ਜ਼ਿਲ੍ਹੇ ਦੇ ਵਿੱਚ ਜੋ ਕੁਝ ਹੋ ਰਿਹਾ ਉਹਨੂੰ ਕੀ ਕਹੀਏ? ਉਹਨੂੰ ਗੁੰਡਾ ਟੈਕਸ ਕਹੀਏ, ਉਹਨੂੰ ਸਪੀਕਰ ਟੈਕਸ ਕਹੀਏ, ਜਾਂ ਉਹਨੂੰ ਢਿੱਲੋਂ ਟੈਕਸ ਕਹੀਏ? ਕਿਹੜਾ ਟੈਕਸ ਕਹੀਏ ਉਹਨੂੰ? ਤੁਸੀਂ ਇੱਥੇ ਬੈਠ ਕੇ ਬਿਲਕੁਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਅੱਜ ਵੀ ਜੇ ਸਟੇਟ ਦੀ ਤੁਸੀਂ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਆ ਤਾਂ ਆਪਣੀ ਪਾਰਟੀ ਦੀ ਸਰਕਾਰ ਨੂੰ ਕਹੋ, ਇੱਥੇ ਲੋਕਾਂ ਨੂੰ ਆਪਾਂ ਗੁੰਮਰਾਹ ਨਾ ਕਰੀਏ। ਆਪਣੀ ਪਾਰਟੀ ਦੀ ਸਰਕਾਰ ਨੂੰ ਕਹਿ ਕੇ ਜੋ ਇਹ ਵਰਤਾਰਾ ਪੰਜਾਬ ਸ਼ੁਰੂ ਹੋਇਆ ਇਹਨੂੰ ਤੁਰੰਤ ਰੋਕਣ ਦੀ ਲੋੜ ਹੈ, ਨਹੀਂ ਸੂਬੇ ਦਾ ਵੱਡਾ ਨੁਕਸਾਨ ਹੋਏਗਾ। ਠੀਕ ਹੈ ਅੱਗੇ ਵਧਣ ਤੋਂ ਪਹਿਲਾਂ ਇਹ ਤਸਵੀਰਾਂ ਝੂਠ ਨਹੀਂ ਬੋਲਦੀਆਂ। ਡਾਕਟਰ ਜਗੀਰ ਸਿੰਘ ਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ 30-30 ਫੁੱਟ 40-40 ਫੁੱਟ ਦੀਆਂ, ਆ ਤਸਵੀਰਾਂ ਜਦੋਂ ਤੁਸੀਂ ਟੈਲੀਕਾਸਟ ਹੋਏਗਾ ਜ਼ਰੂਰ ਦੇਖ ਲਿਓ ਕਿ ਕਿੰਨੀਆਂ ਡੂੰਘੀਆਂ ਖੱਡਾਂ ਨੇ, ਕਈ ਥਾਵਾਂ ਤੇ ਤਾਂ ਪਾਣੀ ਥੱਲੋਂ ਨਿਕਲ ਆਇਆ। ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ? ਨੀਲ ਗਰਗ ਸਾਹਿਬ, ਇੱਕ ਮਿੰਟ ਆਇਆ ਮੈਂ ਸ਼ਰਮਾ ਜੀ। ਗਰਗ ਸਾਹਿਬ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਇੱਕ ਨਵੀਂ ਪਾਲਿਸੀ ਲੈ ਕੇ ਆ ਰਹੇ ਹਾਂ, ਉਹ ਪਾਲਿਸੀ ਦੋ ਤਰ੍ਹਾਂ ਦੀ ਹੋਏਗੀ, ਜਿਸ ਦੇ ਵਿੱਚ ਲੋਕਾਂ ਦਾ ਵੀ ਭਲਾ ਹੋਏਗਾ ਔਰ ਮਾਲੀਆ ਵੀ ਆਏਗਾ। ਨਾ ਤਾਂ ਲੋਕਾਂ ਦਾ ਭਲਾ ਹੋ ਰਿਹਾ, ਨਾ ਮਾਲੀਆ ਆ ਰਿਹਾ। ਭਲਾ ਹੋ ਰਿਹਾ ਤਾਂ ਸਿਰਫ ਕੁਝ ਠੇਕੇਦਾਰਾਂ ਦਾ ਜਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਗੁੰਡਾ ਟੈਕਸ ਉਗਰਾਉਣ ਵਾਲਿਆਂ ਦਾ। ਅਜਿਹੇ ਦੇ ਵਿੱਚ ਫਿਰ ਇਸ ਨੂੰ ਸਰਕਾਰੀ ਲੁੱਟ ਖਸੁੱਟ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਦੇਖੋ, ਇਕੱਲੀ ਮਾਈਨਿੰਗ ਨੂੰ ਛੱਡੋ, ਇਹਨੂੰ ਆਈਸੋਲੇਸ਼ਨ ਤੇ ਨਾ ਲਾਓ, ਇਹ ਸਰਕਾਰੀ ਮਾਫੀਆ ਦੀ ਹੈਗੀ ਹੈ। ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਆਪਸ ਵਿੱਚ ਵੈਸੇ ਗੱਲਾਂ ਕਰ ਰਹੇ ਸੀ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਕਰਪਸ਼ਨ ਨੂੰ ਵੀ ਅੱਗੇ ਠੇਕੇ ਤੇ ਦੇਤਾ ਵਾ। ਤੁਸੀਂ ਦੇਖੋ ਕਿ 2017 ਦੇ ਜਦੋਂ ਸਰਕਾਰ ਆਈ ਸੀ ਨੇ ਬਹੁਤ ਵੱਡਾ ਭਰੋਸਾ ਲੋਕਾਂ ਨੂੰ ਦਿੱਤਾ ਸੀ ਕਿ ਉਸ ਵਕਤ ਜਿਸ ਤਰ੍ਹਾਂ ਦਾ ਮਾਫੀਆ ਦਾ ਜਕੜ ਪੰਜਾ ਪੰਜਾਬ ਦੇ ਉੱਤੇ ਸੀ ਕਿ ਅਸੀਂ ਇਸ ਤੋਂ ਛੁਟਕਾਰਾ
ਛੁਟਕਾਰਾ ਦਿਵਾਵਾਂਗੇ। ਇਹੀ ਕਾਂਗਰਸੀ ਇਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਤੇ ਕੈਪਟਨ ਸਾਹਿਬ ਸ਼ਰੇਆਮ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਹੈਗਾ, ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਹੈਗਾ, ਪੰਜਾਬ ਦੇ ਵਿੱਚ ਲੈਂਡ ਮਾਫੀਆ ਹੈਗਾ, ਪੰਜਾਬ ਦੇ ਵਿੱਚ ਸ਼ਰਾਬ ਮਾਫੀਆ ਹੈਗਾ। ਮਤਲਬ ਕਿਹੜੇ ਖੇਤਰ ਦੀ ਗੱਲ ਕਰੀਏ ਸਾਰੇ ਅਸੀਂ ਖਤਮ ਕਰ ਦਿਆਂਗੇ। ਅੱਜ ਹਾਲਾਤ ਇਹ ਹੋ ਗਏ ਨੇ, ਪੰਜਾਬ ਦੀ ਆਰਥਿਕ ਮੰਦਹਾਲੀ ਦੇ ਵਿੱਚ ਹੈਗਾ, ਮੁਲਾਜ਼ਮਾਂ ਨੂੰ ਦੇਣ ਵਾਸਤੇ ਤਨਖਾਹ ਹੈ ਨਹੀਂ, ਪਰ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਆਉਣਾ ਚਾਹੀਦਾ ਸੀ ਉਹ ਇਹਨਾਂ ਮਾਫੀਆ ਦੀ ਜੇਬ 'ਚ ਜਾ ਰਿਹਾ, ਇਹਨਾਂ ਲੀਡਰਾਂ ਦੀ ਜੇਬ 'ਚ ਜਾ ਰਿਹਾ, ਇਹ ਸਰਕਾਰ ਦੀ ਯਾਨੀ ਕਿ ਜੇਬ ਦੇ ਵਿੱਚ ਉਹ ਜਾ ਰਿਹਾ, ਪਰਸਨਲ ਹੈੱਡ ਦੇ ਵਿੱਚ। ਤੇ ਜਿਹੜਾ ਅੱਜ ਬਿਲਕੁਲ ਅਸੀਂ ਕਿੰਨੇ ਵਾਰੀ ਕਹਿ ਕੇ ਥੱਕ ਗਏ, ਪਿਛਲੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਅਸੀਂ ਆਖਿਆ ਸੀ ਅੱਜ ਤਾਂ ਤੁਸੀਂ ਇਕੱਲੇ ਮਾਈਨਿੰਗ ਦੀ ਗੱਲ ਕਰਦੇ ਹੋ, ਜਿੱਥੇ ਕਿ 1800 ਕਰੋੜ ਰੁਪਈਆ ਪੰਜਾਬ ਨੂੰ ਆ ਸਕਦਾ ਸੀ, ਜਿਵੇਂ ਨਵਜੋਤ ਸਿੰਘ ਸਿੱਧੂ ਇੱਕ ਲੈਗ ਸਟੱਡੀ ਕਰਕੇ ਲੈ ਕੇ ਅਸੀਂ ਉਹਨੇ ਪਾਲਿਸੀ ਬਣਾ ਕੇ ਦਿੱਤੀ ਸੀ, ਹਾਲੇ ਤੱਕ ਇਹਨਾਂ ਨੇ ਇੰਪਲੀਮੈਂਟ ਨਹੀਂ ਕੀਤੀ। ਅੱਜ ਸ਼ਰਾਬ ਤੋਂ ਉੱਤੋਂ ਜਿਹੜਾ ਕਿ ਅੱਜ 5200 ਕਰੋੜ ਰੁਪਈਆ ਸਾਨੂੰ ਆ ਰਿਹਾ, ਜੇਕਰ ਇਹ ਕਾਰਪੋਰੇਸ਼ਨ ਬਣ ਜਾਂਦੀ ਹੈ ਜਿੱਦਾਂ ਤਮਿਲਨਾਡੂ ਦੇ ਵਿੱਚ ਹੈ, ਤਮਿਲਨਾਡੂ ਭਾਵੇਂ ਸਾਈ ਦੇ ਵਿੱਚ ਸਾਡੇ ਤੋਂ ਵੱਡਾ ਯਾਨੀ ਕਿ ਸਟੇਟ ਹੈਗੀ ਹੈ, ਪਰ ਸ਼ਰਾਬ ਦੀ ਕੰਜ਼ੰਪਸ਼ਨ ਪੰਜਾਬ 'ਚ ਵੀ ਘੱਟ ਨਹੀਂ ਹੈਗੀ, ਉੱਥੋਂ ਸਾਨੂੰ 25000 ਕਰੋੜ ਆ ਸਕਦਾ ਸੀ, ਉਹ 20000 ਕਰੋੜ ਜਿਹੜਾ ਉਹ ਕਿੱਥੇ ਜਾ ਰਿਹਾ? ਉਹ ਮਾਫੀਆ ਹੀ ਤਾਂ ਹੈ। ਤੇ ਅੱਜ ਜਿਹੜਾ ਪਾਵਰ ਦਾ ਜਿਹੜਾ ਮਾਫੀਆ ਉਹ ਕਿੱਥੇ ਜਾ ਰਿਹਾ? ਇਹਨਾਂ ਨੇ ਗੱਲ ਕੀਤੀ ਸੀ ਟਰਾਂਸਪੋਰਟ ਦੀ, ਅੱਜ ਇਸੇ ਕਰਕੇ ਤਾਂ ਅਕਾਲੀ ਜਾਂ ਬੀਜੇਪੀ ਦੇ ਕੋਈ ਵੀ ਬੁਲਾਰੇ ਹੁੰਦੇ ਆ, ਇੱਕ ਥਾਪੜ ਕੇ ਕਹਿੰਦੇ ਆ ਵੀ ਜੇਕਰ ਅਸੀਂ ਜਿਹੜਾ ਹੈਗਾ ਸਾਨੂੰ ਫੜਦੇ ਕਿਉਂ ਨਹੀਂ? ਇਹ ਫੜਦੇ ਇਸ ਕਰਕੇ ਨਹੀਂ, ਹਮਾਮ ਦੇ ਵੀ ਸਾਰੇ ਨੰਗੇ ਨੇ। ਅੱਜ ਇਹ ਉਸਦਾ ਯਾਨੀ ਕਿ ਹਿੱਸਾ ਸਿਰਫ ਹਿੱਸਾ ਤਬਦੀਲ ਹੋਇਆ, ਜਿਹੜਾ ਪਹਿਲਾਂ 60-40 ਸੀ ਉਹ ਉਧਰ ਜਾਂਦਾ ਸੀ, ਹੁਣ ਉਲਟਾ ਹੋ ਗਿਆ। ਔਰ ਈਵਨ ਇਹਨਾਂ ਦੇ ਆਪਣੇ ਮੰਤਰੀ ਸਟੇਜਾਂ ਤੋਂ ਕਹਿੰਦੇ ਰਹੇ ਨੇ, ਸਿੱਧੂ ਸਾਹਿਬ ਨੇ ਯਾਨੀ ਕਿ ਕੋਟ ਕੀਤਾ ਬਠਿੰਡੇ ਦੀਆਂ ਰੈਲੀਆਂ ਦੇ ਵਿੱਚ ਕਿ 75 ਜਿਹੜਾ 25 ਦਾ ਜਿਹੜੇ ਹਿੱਸਾ ਚੱਲਦਾ ਹੈਗਾ। ਸੋ ਮੇਰਾ ਕਹਿਣ ਦਾ ਮਤਲਬ ਹੈਗਾ ਜਦੋਂ ਇਹੋ ਜਿਹੇ ਲੋਕ ਜਿਹੜਾ ਹੈਗਾ ਸਰਕਾਰ ਦੇ ਵਿੱਚ ਬੈਠੇ ਹੋਣਗੇ, ਇਹੋ ਜਿਹੇ ਲੋਕ ਸਰਕਾਰ ਚਲਾਉਣਗੇ, ਪੰਜਾਬ ਦਾ ਤੇ ਰੱਬ ਹੀ ਰਾਖਾ ਹੈ। ਗਰਗ ਸਾਹਿਬ ਉਂਗਲ ਤੁਹਾਡੇ ਤੇ ਵੀ ਉੱਠਦੀ ਹੈ, ਤੁਹਾਡੇ ਵੀ ਵਿਧਾਇਕ ਸਾਹਿਬ ਇਸ ਪੂਰੇ ਮਸਲੇ ਦੇ ਵਿੱਚ ਬੜਾ ਹੀ ਚਰਚਾ ਦੇ ਵਿੱਚ ਰਹੇ ਨੇ। ਸੰਦੋਆ ਸਾਹਿਬ, ਮੈਂ ਤਾਂ ਤੁਹਾਡਾ ਹੀ ਐਮਐਲਏ ਕਵਾਂਗਾ ਕਿਉਂਕਿ ਉਹ ਨਾ ਤਾਂ ਇੱਧਰ ਦੇ ਨਾ ਉੱਧਰ ਦੇ, ਹਾਲੇ ਤਾਂ ਤੁਹਾਡੇ ਹੀ ਐਮਐਲਏ ਨੇ, ਉਦੋਂ ਫਿਰ ਪਾਰਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਇਸੇ ਕਰਕੇ ਤਾਂ ਜਿੱਥੋਂ ਜਿਹੜੇ ਮਾਫੀਆ ਚਲਾਉਂਦੇ ਨੇ ਉੱਥੇ ਚਲੇ ਗਏ ਹੋ, ਇਸੇ ਕਰਕੇ ਗਏ ਹੋ ਉੱਥੇ। ਜੋ ਮਾਫੀਆ ਦੇ ਵਿੱਚ ਜਿਸ ਤਰ੍ਹਾਂ ਤੁਹਾਡੇ ਕਹਿਣ ਦੇ ਮੁਤਾਬਕ ਸਾਡੇ ਕੋਲ ਇਦਾਂ ਦਾ ਕੋਈ ਸਬੂਤ ਨਹੀਂ ਹੈਗਾ, ਪਰ ਜੇ ਉਹ ਮਾਫੀਆ ਦੇ ਵਿੱਚ ਇਨਵੋਲਵ ਸੀ ਤਾਂ ਉੱਥੇ ਚਲੇ ਗਏ ਜਿੱਥੇ ਮਾਫੀਆ ਚੱਲ ਰਿਹਾ। ਚਲੋ ਮੈਂ ਹਾਂਜੀ ਗੁੰਡਾ ਟੈਕਸ ਦੀ ਗੱਲ ਸੁਣਾਵਾਂ, ਇਹ ਕਦੇ ਵੀ ਨਹੀਂ ਹੋਇਆ ਪੰਜਾਬ 'ਚ ਜੀ। ਤੁਸੀਂ ਦੇਖੋ ਵੀ ਮੇਰੇ ਹਲਕੇ 'ਚ ਹਰਿਆਣੇ ਦੀ ਬਾਉਂਡਰੀ ਤੇ ਆ, ਜਿਹੜੀ ਬਜਰੀ ਰੇਤਾ ਉਹ ਹਰਿਆਣੇ ਤੋਂ ਆਂਦਾ, ਉੱਥੇ ਜੀਐਸਟੀ ਪੇ ਕਰਕੇ ਰੈਲਟੀ ਦੇ ਕੇ ਉਹ ਆਉਂਦੇ ਆ। ਪੰਜਾਬ 'ਚ ਜਦੋਂ ਕ੍ਰਸ਼ ਹੁੰਦਾ ਉੱਥੇ ਜੀਐਸਟੀ ਉਹ ਪੇ ਕਰਦੇ ਆ। ਪਹਿਲਾ ਨਾਕਾ ਜਿਹੜਾ ਲੱਗਿਆ ਹੋਇਆ ਸੁੰਡਣਾ 'ਚ ਨਾ ਰਾਮਗੜ੍ਹ ਤੇ ਨਿਕਲਦੇ ਹੀ ਉੱਥੇ ਇੱਕ ਪਾਸੇ ਪੁਲਿਸ ਬੈਠੀ ਆ, ਸਾਹਮਣੇ 25-30 ਗੁੰਡੇ ਬੈਠੇ, ਅੱਜ ਵੀ ਬੈਠੇ ਆ, ਤੁਸੀਂ ਜਾ ਕੇ ਮੀਡੀਆ ਭੇਜ ਕੇ ਉਹਨੂੰ ਦਿਖਾ ਲਿਓ। ਉੱਥੇ 4000 ਰੁਪਏ ਪਰ ਟਰੱਕ ਜਿਹੜਾ ਉਹ ਧੱਕੇ ਨਾਲ ਪੁਲਿਸ ਦੀ ਪ੍ਰੈਜ਼ੈਂਸ 'ਚ ਜਿਹੜਾ ਵਸੂਲ ਕਰਦੇ ਆ। ਉਸ ਤੋਂ ਬਾਅਦ ਕ੍ਰਸ਼ ਹੁੰਦਾ ਆ, ਕ੍ਰਸ਼ ਹੋਣ ਤੋਂ ਬਾਅਦ ਜਿਹੜਾ ਮਾਲ ਨਿਕਲਦਾ ਆ ਫਿਰ ਸੁੰਡੜਿਆਂ 'ਚ ਨਾਕਾ ਪਰਮਾਨੈਂਟ ਲਾਇਆ ਹੋਇਆ, ਅੱਜ ਵੀ ਜਾ ਕੇ ਦੇਖ ਲਿਓ ਤੁਸੀਂ। ਫਿਰ ਕ੍ਰਸ਼ ਹੋਏ ਮਾਲ ਤੇ ਫਿਰ 4000 ਰੁਪਇਆ ਟਰੱਕ ਦਾ ਉਹ ਵਸੂਲ ਕਰਦੇ ਆ। ਇਸ ਤੋਂ ਇਲਾਵਾ ਲਿੰਕ ਰੋਡਾਂ ਤੇ ਜੌਲੇ ਬੈਠੇ ਆ, ਹੰਡੇਸਰਾ ਬੈਠੇ, ਮੈਂ ਤਾਂ ਨਾਂ ਲੈ ਕੇ ਤੁਹਾਨੂੰ ਦੱਸ ਰਿਹਾ, ਰਜਾਪੁਰ 'ਚ ਨਾਕਾ ਲਾਈ ਬੈਠੇ ਹੈਗੇ ਆ, ਪੰਡਵਾਲਾ ਅੰਦਰ ਨਾਕਾ ਲਾਈ ਬੈਠੇ ਆ, ਗੁੰਡਾ ਟੈਕਸ। ਔਰ ਇਹਨਾਂ ਦੇ ਹੌਸਲੇ ਦੇਖੋ ਕਿੰਨੇ ਵਧੇ ਹੋਏ ਆ। 3 ਦਿਨ ਪਹਿਲਾਂ ਮੋਹਾਲੀ 'ਚ ਕਾਨਫਰੰਸ ਕੀਤੀ ਉਹਨਾਂ ਗੁੰਡੇ ਅੰਸ਼ਰਾਂ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਵੀ ਜਿਹੜੀ ਜੇਸੀਬੀ ਉੱਥੇ ਖੜੀ ਆ ਉਹ ਅਕਤੂਬਰ 'ਚ ਖਰਾਬ ਹੋ ਗਈ ਸੀਗੀ, ਉਹਦਾ ਇੰਜਣ ਦਿੱਲੀ ਗਿਆ ਹੋਇਆ, ਉਹ ਜੇਸੀਬੀ ਇਸ ਕਰਕੇ ਖੜੀ ਆ। ਮਤਲਬ ਉਹ ਮੰਨ ਰਹੇ ਆ ਵੀ ਜਿਹੜੀ ਚਿੜੀਆ ਘਰ ਦੇ ਅੰਦਰ ਜੇਸੀਬੀ ਖੜੀ ਆ ਇਲੀਗਲ ਮਾਈਨਿੰਗ ਕਰਨ ਵਾਸਤੇ, ਜਿਹਨੇ 50-50 ਫੁੱਟ ਡੂੰਘਾ ਰੇਤਾ ਬਜਰੀ ਪੱਟਤਾ, ਦਰਖਤ ਪੱਟਤਾ, ਉਹਦਾ ਇੰਜਣ ਖਰਾਬ ਹੋ ਗਿਆ, ਇਸ ਕਰਕੇ ਉਹ ਖੜੀ ਹੈਗੀ ਆ ਅਕਤੂਬਰ ਤੋਂ। ਜਦ ਕਿ ਮੈਂ ਅੱਜ ਟੀਵੀ ਤੇ ਦਾਅਵੇ ਨਾਲ ਕਹਿ ਸਕਦਾ ਵੀ ਉੱਥੇ 2 ਸਾਲ ਤੋਂ 2 ਸਾਲ ਤੋਂ ਲੀਗਲ ਮਾਈਨਿੰਗ ਜਿਹੜੀ ਛੱਤ 'ਚ ਅਲਾਟਡ ਨਹੀਂ, ਜਿੱਥੇ ਉਹ ਜੇਸੀਬੀ ਖੜੀ ਆ। ਦੂਸਰੀ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹੀ ਵੀ ਇਹ ਗੁੰਡਾ ਟੈਕਸ ਨਹੀਂ, ਇਹ ਅਸੀਂ ਰੈਲਟੀ ਜਿਹੜੀ ਸੜਕਾਂ ਤੋਂ ਵਸੂਲ ਕਰਦੇ ਆ, ਜਿਹੜੇ ਰੇਤੇ ਦੇ ਜਾਂ ਬਜਰੀ ਦੇ ਟਰੱਕ ਆਉਂਦੇ ਆ। ਤੁਸੀਂ ਮੈਨੂੰ ਦੱਸੋ ਵੀ ਅਮਰਿੰਦਰ ਸਿੰਘ ਨੇ, ਮੈਂ ਵਿਧਾਨ ਸਭਾ 'ਚ 2.5 ਸਾਲ ਤੋਂ ਆ, ਕੋਈ ਐਕਟ 'ਚ ਅਮੈਂਡਮੈਂਟ ਕੀਤੀ ਹੋਈ ਵੀ ਆਪਾਂ ਸੜਕਾਂ ਤੇ ਗੁੰਡਾ ਟੈਕਸ ਲਾਵਾਂਗੇ, ਇੱਕ ਵੀ ਨਵਾਂ ਕਾਨੂੰਨ ਬਣਾਇਆ ਹੋਏ ਗੁੰਡਾ ਟੈਕਸ ਲਾਵਾਂਗੇ। ਫਿਰ ਇਹ ਠੇਕੇਦਾਰ ਜਿਨ੍ਹਾਂ ਨੂੰ ਮੇਰੇ ਹਲਕੇ 'ਚ ਮਾਈਨਿੰਗ ਅਲਾਟ ਹੀ ਨਹੀਂ ਹੋਈ, ਈਸੀ ਕਲੀਅਰੈਂਸ ਨਹੀਂ ਹੋਈ, ਵੇਟ ਮਸ਼ੀਨ ਨਹੀਂ ਲੱਗੀ, ਨਦੀ ਘੱਗਰ ਦੇ ਅੰਦਰ ਕੋਈ ਉਹਨਾਂ ਦਾ ਓਪਨਿੰਗ ਸਟੇਸ਼ਨ ਨਹੀਂ ਬਣਾਇਆ, ਕਿਹੜੇ ਬੰਦੇ ਨੇ ਉਹਨਾਂ ਨੂੰ ਅਲਾਓ ਕਰਤਾ ਵੀ ਉਹ ਸੜਕਾਂ ਤੇ ਬੈਠ ਕੇ 4-4000 ਰੁਪਇਆ ਲੈਣ? ਇਵਨ ਰੇਹੜੀ ਵਾਲਿਆਂ ਨੂੰ ਘੇਰੀ ਖੜੇ 4 ਦਿਨ ਪਹਿਲਾਂ, ਮੁਬਾਰਕਪੁਰ ਇੱਕ ਰੇਹੜੀ ਵਾਲੇ ਨੂੰ, ਬਜਰੀ ਦੀ ਰੇਹੜੀ ਨੂੰ ਘੇਰੀ ਖੜੇ ਵੀ 1000 ਰੁਪਇਆ ਦੇ, ਸਾਡਾ ਕਾਉਂਸਲਰ ਆ ਉੱਥੇ ਟੋਨੀ ਰਾਣਾ, ਉਹ ਬੰਦੇ ਲੈ ਕੇ ਗਿਆ ਤਾਂ ਵਿਚਾਰਾ ਉਹ ਰੇਹੜੀ ਵਾਲਾ ਛੱਡਿਆ। ਕੱਲ ਮੈਂ ਆਪ ਕ੍ਰੈਸ਼ਰਾਂ ਤੇ ਗਿਆ, ਉੱਥੇ ਜਾ ਕੇ ਜਦੋਂ ਮੈਂ ਉਹਨਾਂ ਨੂੰ ਗੇਟ ਦੇ ਉੱਤੇ ਰੌਲਾ ਪਾਇਆ ਵੀ ਮੈਂ ਬੰਦੇ ਇਕੱਠੇ ਕਰ ਰਿਹਾ, ਫਿਰ ਉਹਨਾਂ ਨੂੰ ਗੁੰਡਿਆਂ ਨੂੰ
ਭਜਾਇਆ ਹੈਗਾ। ਔਰ ਵੱਡੀ ਗੱਲ ਮੈਂ ਤੁਹਾਨੂੰ ਦੱਸਾਂ ਜੀ, ਇਨਸਾਫ ਕਿਹਦੇ ਕੋਲ ਲੈਣ ਲੋਕ? ਸਾਡਾ ਅਮਰਜੀਤ ਬੰਸਲ ਆ, ਕ੍ਰੈਸ਼ਰ ਯੂਨੀਅਨ ਦਾ ਪ੍ਰਧਾਨ ਆ ਜੀ, ਉਹਨਾਂ ਦਾ ਵਾਈਸ ਪ੍ਰਧਾਨ ਆ, ਇੱਕ ਰਜਿੰਦਰ ਆ, 10-15 ਬੰਦੇ ਇਕੱਠੇ ਹੋ ਕੇ ਮਹਾਰਾਣੀ ਪ੍ਰਨੀਤ ਕੌਰ ਜੀ ਮੇਰੇ ਹਲਕੇ 'ਚ ਆਏ। ਉਹਨਾਂ ਨੇ ਰਿਕੁਐਸਟ ਕਰੀ ਵੀ ਮਹਾਰਾਣੀ ਜੀ ਆ ਗੁੰਡਾ ਟੈਕਸ ਤੋਂ ਸਾਨੂੰ ਬਚਾਓ, ਜੇ ਇਹਨਾਂ ਨੂੰ ਕੋਈ ਲੀਗਲ ਮਾਈਨ ਤੁਸੀਂ ਅਲਾਉਟ ਕਰਤੀ, ਅਸੀਂ ਜੇ ਉੱਥੋਂ ਰਿੱਤਾ ਲਵਾਂਗੇ ਇਹਨਾਂ ਨੂੰ ਰੈਲਟੀ ਦੇਵਾਂਗੇ, ਕਿਰਪਾ ਕਰਕੇ ਆ ਪੁਲਿਸ ਤੋਂ ਤੇ ਆ ਗੁੰਡਿਆਂ ਤੋਂ ਸਾਡਾ ਖਹਿੜਾ ਛਡਾਓ। ਤੇ ਉਹਨੇ ਕਹਿਤਾ ਵੀ ਹਾਂ ਜੀ ਕੋਈ ਚੱਕਰ ਨਹੀਂ, ਤੁਸੀਂ ਜਾਓ ਆਰਾਮ ਨਾਲ ਸੋ, ਮੇਰੀ ਜ਼ਿੰਮੇਵਾਰੀ ਹੈ, ਮੈਂ ਹਟਾ ਦਾਂਗੀ। ਸ਼ਾਮ ਨੂੰ ਪਤਾ ਕਿਆ ਹੋਇਆ? ਅਮਰਜੀਤ ਬੰਸਲ ਤੇ ਪਰਚਾ ਹੋ ਗਿਆ, ਸੀਨੀਅਰ ਮੀਤ ਪ੍ਰਧਾਨ ਤੇ ਪਰਚਾ ਹੋ ਗਿਆ, ਜਰਨਲ ਸਕੱਤਰ ਦੇ ਪਰਚਾ ਹੋ ਗਿਆ, ਤੇ ਮਾਈਨਿੰਗ ਮਹਿਕਮੇ ਦੇ ਅਫਸਰ ਆ ਕੇ ਤਿੰਨੇ ਕ੍ਰੈਸ਼ਰ ਸੀਲ ਕਰ ਗਏ ਉਹਨਾਂ ਦੇ। ਆ ਮਹਾਰਾਣੀ ਪ੍ਰਨੀਤ ਕੌਰ ਨੇ ਇਨਸਾਫ ਕਰਿਆ। ਚਲੋ ਛੋਟੇ ਜਿਹੇ ਬ੍ਰੇਕ ਲਈ ਥਰੂ ਕਰਿਆ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣਾ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਸਾਧੂ ਸਿੰਘ ਬਰਾੜ ਸਾਹਿਬ, ਗੱਲ ਇਹ ਹੈ ਕਿ ਇਹ ਮਸਲਾ ਏਡਾ ਵੱਡਾ ਹੈ, ਇੱਕ ਤਾਂ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਤਾਂ ਪੈ ਹੀ ਰਿਹਾ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬੜੀਆਂ ਸਾਰੀ ਇੰਡਸਟਰੀ ਵੀ ਇਹ ਇਲਜ਼ਾਮ ਲਾਉਂਦੀ ਰਹੀ ਹੈ ਕਿ ਇੱਥੇ ਤਾਂ ਗੁੰਡਾ ਟੈਕਸ ਲਿਆ ਜਾਂਦਾ, ਇਸ ਕਰਕੇ ਇੰਡਸਟਰੀ ਇੱਥੇ ਲਾਈ ਹੋਈ ਨਹੀਂ ਜਾ ਸਕਦੀ, ਕਿਉਂਕਿ ਇੰਡਸਟਰੀ ਲਗਾਉਣ ਦੇ ਲਈ ਸਭ ਤੋਂ ਪਹਿਲਾਂ, ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ, ਇਹ ਮੁੱਢਲਾ ਢਾਂਚਾ ਖੜਾ ਕਰਨ ਦੇ ਲਈ ਇਸ ਤਰ੍ਹਾਂ ਦੇ ਮਟੀਰੀਅਲਸ ਦੀ ਲੋੜ ਹੁੰਦੀ ਹੈ, ਜੋ ਨਹੀਂ ਮਿਲ ਪਾਉਂਦਾ ਤੇ ਉਹਦਾ ਅਸਰ ਸਿੱਧਾ ਇੰਡਸਟਰੀ ਤੇ ਪੈਂਦਾ। ਫਿਰ ਇਹ ਸਿੱਧਾ ਧੋਖਾ ਨਾ ਹੋਇਆ ਪੰਜਾਬ ਦੇ ਲੋਕਾਂ ਨੂੰ। ਦੇਖੋ ਜੀ ਹਰਪ੍ਰੀਤ ਜੀ, ਜਿਹੜਾ ਹੁਣ ਹੈਰਾਨੀ ਵਾਲੀ ਗੱਲ ਹੋਰ ਹੈ ਕਿ ਇੰਨਾ ਕੁਛ ਗਲਤ ਹੋ ਰਿਹਾ ਹੈ, ਮੀਡੀਆ 'ਚ ਇੰਨਾ ਕੁਛ ਆਉਂਦਾ ਹੈ, ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਰਕਾਰ ਨੂੰ ਬਿਲਕੁਲ ਹੀ ਕੋਈ ਪਰਵਾਹ ਹੀ ਨਹੀਂ ਹੈ ਵੀ ਜੋ ਕੋਈ ਕਰਦੇ ਕਰੀ ਜਾਣ, ਜੋ ਮੀਡੀਆ ਬੋਲਦਾ ਬੋਲੀ ਜਾਏ, ਅਖਬਾਰਾਂ 'ਚ ਜੋ ਆਉਂਦਾ ਆਈ ਜਾਏ ਜੀ। ਇਹ ਇਨਫੈਕਟ ਅਸਲੀ ਤੇ ਇਹ ਹੈ ਵੀ ਇਹ ਤਾਂ ਹੁਣ ਖੁੱਲ੍ਹੀ ਜਾਣੇ ਛੋਟ ਹੈ, ਜਾਂ ਇਹਦੇ ਪਿੱਛੇ ਆਪਣੀਆਂ ਜਿਨ੍ਹਾਂ ਬੰਦਿਆਂ ਨੇ ਮਾਈਨਿੰਗ ਜਿਨ੍ਹਾਂ ਤੋਂ ਕਰਾਉਣੀ ਸੀ, ਜਿਨ੍ਹਾਂ ਨੂੰ ਦਾ ਸਰਕਾਰ ਨਾਲ ਹੈਗਾ, ਉਹ ਖੁੱਲ੍ਹੇਆਮ ਕਰੀ ਜਾਂਦੇ ਆ। ਹੁਣ ਕੋਈ ਨਾ ਕਿਸੇ ਦਾ ਡਰ ਹੈ ਨਾ ਡੁੱਕਰ ਹੈ। ਮਾਲੀਏ ਦੇ ਉੱਤੇ ਅਸਰ ਪੈਣਾ ਜਿਹੜਾ ਉਹ ਪੈ ਹੀ ਰਿਹਾ ਹੈ। ਕਿਸਾਨ ਨੂੰ ਖੇਤਾਂ 'ਚੋਂ ਰੇਤਾ ਆਪਦੇ ਖੇਤਾਂ 'ਚੋਂ ਨਹੀਂ ਚੁਕਾਉਂਦੇ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੇ, ਈਵਨ ਇੱਕ ਟਰਾਲੀ ਨਹੀਂ ਚੁੱਕ ਸਕਦਾ, ਮਿੱਟੀ ਨਹੀਂ ਚੱਕ ਸਕਦਾ, ਰੇਤਾ ਪੁਲਿਸ ਖੜ ਜਾਂਦੀ ਆ ਕੇ। ਜਿਨ੍ਹਾਂ ਨੇ ਜ਼ਮੀਨਾਂ ਆਪਣੀਆਂ ਪੱਧਰ ਕਰਨੀਆਂ ਜਾਂ ਕੋਈ ਲੈਵਲ ਕਰਨੀਆਂ, ਮਿੱਟੀ ਉੱਤੇ ਪਾਉਣੀ ਹੈ, ਉਹ ਵੀ ਨਹੀਂ ਕਰਨ ਦਿੰਦੇ। ਮਤਲਬ ਇੰਨਾ ਜ਼ਿਆਦਾ ਤਕੜਾ ਜਿਹੜਾ ਕੰਮ ਨਜਾਇਜ਼। ਹੁਣ ਆ ਪਿੱਛੇ ਜੋ ਹੜ੍ਹ ਆਏ ਆ ਸਤਲੁਜ ਦੇ ਵਿੱਚ, ਜੀ ਡਿਸਟ੍ਰਿਕਟ ਰੋਪੜ ਵਗੈਰਾ 'ਚ ਤੇ ਉਧਰ ਸੁਲਤਾਨਪੁਰ ਦੇ ਨੇੜੇ, ਉਦੋਂ ਵੀ ਮੈਂ ਸਟੋਰੀਆਂ ਕੀਤੀਆਂ ਤੇ ਮੈਂ ਉਹਨਾਂ ਨਾਲ ਸਹਿਮਤ ਨਹੀਂ ਸੀਗਾ ਉਦੋਂ। ਮੈਂ ਉੱਥੇ ਫਿਰ ਵੇਖ ਕੇ ਆਇਆ, ਮੈਨੂੰ ਚੀਫ ਇੰਜੀਨੀਅਰ ਕਹਿੰਦਾ ਤੁਸੀਂ ਇੱਥੇ ਬੈਠੇ ਨਾ ਗੱਲਾਂ ਕਰੀ ਜਾਓ, ਤੁਹਾਨੂੰ ਵਿਖਾਉਣੇ ਬੰਦਾਂ ਦੇ ਨਾਲੋਂ 30 ਫੁੱਟ 40 ਫੁੱਟ ਡੂੰਘੇ ਖੱਡੇ ਪੱਟੇ ਪਏ, ਹੁਣ ਬੰਦ ਥੱਲੇ ਡਿੱਗੂਗਾ, ਹੋਰ ਕੀ ਕਰੇਗਾ, ਕਮਜ਼ੋਰ ਹੋ ਜਾਂਦੇ। ਜੇ ਵਿਚਕਾਰੋਂ ਵੀ ਚੁੱਕਾ ਹੋਵੇ ਕਹਿੰਦੇ ਦਰਿਆ ਦੇ ਵਿੱਚੋਂ ਸਤਲੁਜ ਚੋਂ, ਫਿਰ ਵੀ ਕੋਈ ਇਫੈਕਟ ਨਹੀਂ ਸੀ ਹੋਣਾ। ਇਹ ਤਾਂ ਕਹਿੰਦਾ 30 ਫੁੱਟ ਡੂੰਘੇ ਬੰਦਾਂ ਦੇ ਨਾਲੋਂ ਚੁੱਕੇ ਆ ਤੇ ਉਹ ਬੰਦ ਥੱਲੇ ਡਿੱਗ ਪੈਂਦਾ ਜਦੋਂ ਪਾਣੀ ਆਉਂਦਾ। ਠੀਕ ਹੈ, ਇਸ ਤਰ੍ਹਾਂ ਇਹ ਤਾਂ ਟੋਟਲ ਤਰਾਸਦੀ ਹੈ। ਸਿਰਫ ਮਾਲੀਏ ਦਾ ਜਿਹੜਾ ਨੁਕਸਾਨ ਉਹ ਤਾਂ ਹੋ ਰਿਹਾ। ਠੀਕ ਹੈ, ਜਗੀਰ ਸਿੰਘ ਜੀ, ਗੁੰਡਾ ਟੈਕਸ ਜਿਹੜਾ ਹੈ, ਆਪਾਂ 2009 ਚ ਮੈਨੂੰ ਯਾਦ ਹੈ, ਚੰਡੀਗੜ੍ਹ ਦੇ ਵਿੱਚ ਮਕਾਨ ਬਣਾਉਣ ਲਈ 1600 ਰੁਪਏ ਦੀ ਟਰਾਲੀ ਹੁੰਦੀ ਸੀ। ਉਦੋਂ ਕੋਈ ਗੁੰਡਾ ਟੈਕਸ ਜਾਂ ਕੋਈ ਹੋਰ ਉਹਦੇ ਉੱਤੇ ਨਹੀਂ ਸੀਗਾ, ਉਹ ਆਂਦੇ ਕੋਈ ਇਹੋ ਜਿਹੀ ਗੱਲ ਨਹੀਂ ਸੀ। ਹੁਣ ਇਹੋ ਟਰਾਲੀ 5500 ਰੁਪਏ ਦੀ ਆ। ਚਲੋ ਇੱਕ ਵਾਰ ਪੁੱਛਦੇ ਹਾਂ ਡਾਕਟਰ ਜਗੀਰ ਸਿੰਘ ਜੀ। ਜਗੀਰ ਸਿੰਘ ਜੀ, ਜਿਹੜੀ ਗੱਲ ਸਾਰੇ ਮਹਿਮਾਨ ਕਰ ਰਹੇ, ਮੇਰਾ ਇੱਕ ਸਵਾਲ ਲੈ ਲਓ। ਜਿਹੜੇ ਇਹ ਐਲੀਗੇਸ਼ਨ ਨੇ, ਤੁਹਾਨੂੰ ਪਤਾ ਹੈ, ਤੁਸੀਂ ਅਖਬਾਰਾਂ ਵੀ ਪੜ੍ਹਦੇ ਰਹਿੰਦੇ ਹੋ, ਤੁਹਾਡੀ ਪਾਰਟੀ ਦੇ ਵੀ ਕੁਝ ਲੋਕ ਅਜਿਹੇ ਸੀਰੀਅਸ ਐਲੀਗੇਸ਼ਨ ਲਾਉਂਦੇ ਰਹੇ ਨੇ ਕਿ ਕਾਂਗਰਸ ਦੇ ਕੁਝ ਵਿਧਾਇਕ, ਕੁਝ ਮੰਤਰੀ ਅਜਿਹੇ ਨੇ ਜਿਹੜੇ ਸਿੱਧੇ ਜੁੜੇ ਹੋਏ ਨੇ ਮਾਈਨਿੰਗ ਮਾਫੀਆ ਦੇ ਨਾਲ ਜਾਂ ਮਾਈਨਿੰਗ ਦੇ ਇਹਨਾਂ ਕੰਮਾਂ ਦੇ ਨਾਲ, ਇਸ ਕਰਕੇ ਮਾਈਨਿੰਗ ਰੁਕ ਨਹੀਂ ਰਹੀ। ਇਹ ਸਿਰਫ ਦੂਜੀਆਂ ਪਾਰਟੀਆਂ ਦੇ ਨਹੀਂ, ਵਿਦਨ ਪਾਰਟੀ ਵੀ ਇਹ ਜੇ ਸਵਾਲ ਚੁੱਕੇ ਜਾਂਦੇ ਰਹੇ ਨੇ, ਉਹਨਾਂ ਦਾ ਕੀ ਜਵਾਬ ਦਿਓਗੇ ਫਿਰ ਤੁਸੀਂ? ਸਰ, ਪਹਿਲਾਂ ਤਾਂ ਹੱਥ ਨਾ ਪਹੁੰਚੇ ਤਾਂ ਥੂ ਕੌੜੀ। ਅਕਾਲੀ ਦਲ, ਭਾਜਪਾ ਤੇ ਪਲੱਸ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਕੁਝ ਕਿਹਾ, ਪਰ ਪੰਜਾਬ ਦੀ ਬਹਾਦਰ ਤੇ ਸਮਝਦਾਰ ਜਨਤਾ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਦੇ ਵਿਸ਼ਵਾਸ ਕਰਕੇ ਪੰਜਾਬ ਦੇ ਅੰਦਰ ਕੈਪਟਨ ਸਰਕਾਰ ਬਣਾਈ। ਇਹ ਕਹਿੰਦੇ ਵਿਸ਼ਵਾਸਘਾਤ ਹੋ ਗਿਆ ਜਿਹੜਾ ਨਹੀਂ, ਇਹਨਾਂ ਦੇ ਕਹਿਣ ਦਾ ਤਾਂ ਦੇਖੋ ਜੀ, ਜੇ ਇੱਕ ਚੋਰ ਸਾਧ ਦਾ ਚੋਲਾ ਪਾ ਕੇ ਤੇ ਉੱਚੀ ਉੱਚੀ ਭੀੜ 'ਚ ਖੜ ਕੇ ਰੌਲਾ ਪਾਉਣ ਲੱਗ ਜੇ ਵੀ ਉਹ ਚੋਰ ਗਿਆ, ਉਹ ਚੋਰ ਗਿਆ, ਉਹ ਚੋਰ ਗਿਆ, ਉਹ ਕਹਿਣ ਵਾਲਾ ਉਹ ਸਾਧ ਨਹੀਂ ਬਣ ਜਾਂਦਾ। ਜਿਹੜੇ ਚੋਰ ਨੇ ਉਹਨਾਂ ਨੇ ਚੋਰ ਹੀ ਰਹਿਣਾ ਜੀ। ਬਿਲਕੁਲ ਠੀਕ ਹੈ। ਕੁਝ ਪੰਜਾਬ 'ਚ 10 ਸਾਲ ਇਹਨਾਂ ਨੇ ਕੀਤਾ ਹੈ, ਇਹਨਾਂ ਦੇ ਦਿਮਾਗ 'ਚ ਉਹ ਗੱਲਾਂ ਘੁੰਮ ਰਹੀਆਂ ਨੇ।
ਨਹੀਂ ਮੇਰੀ ਗੱਲ ਦਾ ਜਵਾਬ ਨਹੀਂ ਤੁਸੀਂ ਦਿੱਤਾ ਜਗੀਰ ਸਿੰਘ ਜੀ, ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਮੈਂ ਬਾਕੀਆਂ ਨੂੰ ਤਾਂ ਛੱਡ ਹੀ ਰਿਹਾ, ਮੈਂ ਤਾਂ ਤੁਹਾਡੀ ਪਾਰਟੀ ਦੇ ਆਗੂਆਂ ਨੂੰ ਕੋਟ ਕਰ ਰਿਹਾ ਕਿ ਤੁਹਾਡੀ ਪਾਰਟੀ ਦੇ ਆਗੂ ਇਹ ਕਹਿੰਦੇ ਰਹੇ ਨੇ ਕਿ ਮਾਈਨਿੰਗ ਚੱਲ ਰਹੀ ਹੈ, ਨਜਾਇਜ਼ ਮਾਈਨਿੰਗ ਚੱਲ ਰਹੀ ਹੈ। ਇੱਕ ਹੋਰ ਯਾਦ ਕਰਾਦਾ, ਕੈਪਟਨ ਅਮਰਿੰਦਰ ਸਿੰਘ ਸਾਹਿਬ ਹਵਾਈ ਦੌਰੇ ਦੌਰਾਨ ਇਹ ਕਹਿ ਕੇ ਗਏ ਨੇ ਕਿ ਨਜਾਇਜ਼ ਮਾਈਨਿੰਗ ਚੱਲ ਰਹੀ ਹੈ ਪੰਜਾਬ ਦੇ ਵਿੱਚ। ਤੁਸੀਂ ਇੱਥੇ ਬੈਠ ਕੇ ਕਹਿ ਰਹੇ ਹੋ ਕਿ ਨਜਾਇਜ਼ ਮਾਈਨਿੰਗ ਹੋਈ ਨਹੀਂ। ਸਰ ਮੇਰੀ ਪੂਰੀ ਹੋ ਲੈਂਦੀ ਜੀ, ਮੈਂ ਉਸ ਗੱਲ ਤੇ ਆ ਰਿਹਾ, ਮੇਰੀ ਗੱਲ ਪੂਰੀ ਹੋ ਲੈਂਦੀ ਜੀ। ਪੰਜਾਬ ਦੇ ਅੰਦਰ 2.5 ਸਾਲ ਹੋਏ ਸਰਕਾਰ ਬਣੀ ਨੂੰ, 3 ਹੋ ਗਏ। ਲੋਕ ਸਭਾ ਦੀਆਂ ਚੋਣਾਂ ਆਈਆਂ, ਸਾਰੇ ਦੇਸ਼ ਦੇ ਵਿੱਚ ਮੋਦੀ ਦੀ ਲਹਿਰ ਚੱਲੀ, ਬੜਾ ਪ੍ਰੋਪਗੈਂਡਾ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ, ਪਰ ਪੰਜਾਬ ਦੇ ਲੋਕਾਂ ਨੇ ਫਿਰ ਵੀ ਕਾਂਗਰਸ ਪਾਰਟੀ ਨੂੰ 8 ਸੀਟਾਂ ਤੇ ਜਿਤਾ ਕੇ ਭੇਜਿਆ। ਉਸ ਤੋਂ ਬਾਅਦ ਤਾਂ ਪਿੱਛੇ ਪੰਜਾਬ ਵਿਧਾਨ ਸਭਾ ਦੀਆਂ ਉਪ ਚੋਣਾਂ ਆਈਆਂ ਜੀ, ਇਹਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਦਿੱਤਾ ਜੀ। ਨਹੀਂ ਮੈਨੂੰ ਇਹ ਦੱਸੋ, ਇਹ ਸਰਟੀਫਿਕੇਟ ਹੈ, ਜੇਕਰ ਪੰਜਾਬ ਦੇ ਲੋਕ ਇਹ ਸਰਟੀਫਿਕੇਟ ਹੈ ਕਿ ਰੇਤਾ ਮਾਈਨਿੰਗ ਨਹੀਂ ਹੋ ਰਹੀ ਤੇ ਸਰਟੀਫਿਕੇਟ ਮਿਲ ਗਿਆ। ਤੁਸੀਂ ਉਸ ਗੱਲ ਦਾ ਜਵਾਬ ਸਰਟੀਫਿਕੇਟ ਹੈ ਜਦ ਪੰਜਾਬ ਦੀ ਜਨਤਾ ਬਿਲਕੁਲ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ। ਚਲੋ ਮੈਨੂੰ ਇੱਕ ਗੱਲ ਦੱਸੋ, ਕੈਪਟਨ ਅਮਰਿੰਦਰ ਸਿੰਘ ਝੂਠ ਬੋਲ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਐਸਐਸਪੀ ਡਿਪਟੀ ਕਮਿਸ਼ਨਰ ਕਾਰਵਾਈ ਕਰਨ। ਐਨਜੀਟੀ ਇੱਕ ਮਿੰਟ ਮੈਨੂੰ ਹੁਣ ਸਵਾਲ ਲੈ ਲਓ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨੋਟਿਸ ਜਾਰੀ ਕੀਤਾ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਐਕਸ਼ਨ ਨਹੀਂ ਕਿਉਂ ਲਿਆ ਜਾ ਰਿਹਾ। ਤੁਹਾਡੇ ਸਕੱਤਰ ਸਾਹਿਬ ਨੂੰ ਜਵਾਬਦੇਹੀ ਹੈ ਉੱਥੇ, ਉਹਨਾਂ ਨੇ ਜਵਾਬ ਦੇਣਾ। ਫਿਰ ਅਸੀਂ ਕਿਹਨੂੰ ਝੂਠਾ ਕਹਾਂਗੇ? ਐਕਸ਼ਨ ਮੈਂ ਦੱਸਾਂ ਕਿ ਐਕਸ਼ਨ ਹੈ ਜੀ। ਮੇਰੇ ਹਲਕੇ 'ਚ ਨਜਾਇਜ਼ ਮਾਈਨਿੰਗ ਦੀ ਸ਼ਿਕਾਇਤ ਡੀਸੀ ਨੂੰ ਹੋਈ, ਮੈਨੂੰ ਨਹੀਂ ਪਤਾ ਹੁਣ ਉਹਨੇ ਗਲਤੀ ਨਾਲ ਖਰੜ ਆਈਪੀਐਸ ਆ ਇੱਕ ਮਿੰਟ ਆ ਗਿਆ, ਇੱਕ ਮਿੰਟ ਜਗੀਰ ਸਿੰਘ ਜੀ ਆ ਗਿਆ। ਮੈਂ ਐਕਸ਼ਨ ਦੀ ਗੱਲ ਦੱਸਾਂ, ਉਹਨਾਂ ਨੇ ਗਲਤੀ ਨਾਲ ਐਸਡੀਐਮ ਖਰੜ ਦੀ ਡਿਊਟੀ ਲਾ ਦੀ ਵੀ ਤੁਸੀਂ ਚੈੱਕ ਕਰਕੇ ਆਓ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਆ। ਹੁਣ ਉਹਨੂੰ ਵਿਚਾਰੇ ਨੂੰ ਅਜੇ ਮੇਰੇ ਖਿਆਲ ਸਿਸਟਮ ਦਾ ਬਹੁਤਾ ਪਤਾ ਨਹੀਂ ਲੱਗਿਆ ਹੋਣਾ। ਉਹ ਆ ਗਿਆ, ਉਹਨੇ ਚੈੱਕ ਕਰਿਆ, ਉਹਨੇ ਆ ਕੇ ਪ੍ਰੈਸ 'ਚ ਬਿਆਨ ਦਿੱਤਾ। ਉਹਨੇ ਬਿਆਨ ਦਿੱਤਾ ਵੀ ਇਲੀਗਲ ਮਾਈਨਿੰਗ ਵੀ ਹੋ ਰਹੀ ਆ, ਗੁੰਡਾ ਟੈਕਸ ਵੀ ਇੱਥੇ ਜਿਹੜਾ ਕਲੈਕਟ ਕਰਿਆ ਜਾ ਰਿਹਾ, ਇਮੀਡੀਏਟਲੀ ਪਰਚਾ ਜਿਹੜਾ ਰਜਿਸਟਰਡ ਕਰਿਆ ਜਾਏ। ਉਹ ਇਹ ਛੱਤ ਵਾਲੀ ਮਾਈਨਿੰਗ ਤੇ ਦੌਰਾ ਕਰਕੇ ਵੀ ਆਇਆ। ਐਕਸ਼ਨ ਕਿਆ ਹੋਇਆ? ਐਕਸ਼ਨ ਹੋਇਆ ਐਸਡੀਐਮ ਤੋਂ ਚਾਰਜ ਡੇਰਾ ਵਸੀ ਦਾ ਜਿਹੜਾ ਵਿਡਰਾ ਕਰ ਲਿਆ, ਔਰ ਕਿਸੇ ਤੇ ਪਰਚਾ ਨਹੀਂ, ਜਦ ਕਿ ਉਹਨੇ ਰਿਪੋਰਟ ਕਰੀ ਪਰਚਾ ਕਰਨਾ ਪੈਣਾ ਸੀਗਾ। 3 ਅਣਪਛਾਤੇ ਲੋਕਾਂ ਦੇ ਪਰਚਾ ਕਰਤਾ, ਜਦ ਕਿ ਜੇਸੀਬੀ ਉੱਥੇ ਖੜੀ ਆ। ਮਾਈਨਿੰਗ ਉਸ ਤੋਂ ਬਾਅਦ ਵੀ ਹੋਈ ਆ, ਅੱਜ ਵੀ ਹੋ ਰਹੀ ਆ। ਤੁਸੀਂ ਮੈਨੂੰ ਦੱਸੋ, ਐਕਸ਼ਨ ਆ 4 ਬਦਮਾਸ਼ ਜਿਹੜੇ ਗੁੰਡਾ ਟੈਕਸ ਕਲੈਕਟ ਕਰਦੇ ਆ, ਉਹ ਸਰਿਆਮ ਆ ਕੇ ਇੱਥੇ ਪ੍ਰੈਸ 'ਚ ਕਹਿੰਦੇ ਆ ਵੀ ਅਸੀਂ ਰਾਇਲਟੀ ਕਲੈਕਟ ਕਰ ਰਹੇ ਆ ਗੁੰਡਾ ਟੈਕਸ ਦੇ ਰੂਪ 'ਚ। ਉਹ ਕਿਸ ਆਧਾਰ ਤੇ ਹੈ? ਕਿਸ ਆਧਾਰ ਤੇ ਆ? ਪੁਲਿਸ ਉਹਨਾਂ ਨੂੰ ਚੱਕ ਕੇ ਅੰਦਰ ਕਿਉਂ ਨਹੀਂ ਕਰਦੀ? ਚਲੋ ਇੱਕ ਮਿੰਟ ਆ ਜਗੀਰ ਸਿੰਘ ਤੋਂ ਲੈਣ ਤੋਂ ਪਹਿਲਾਂ ਦਿਨੇਸ਼ ਟੱਡਾ ਜੀ ਫਟਾਫਟ ਦੱਸੋ ਮੇਰਾ ਪਾਸ। ਤੇ ਦੂਸਰਾ ਵੋਟਾਂ ਹਲਕੇ ਹੋਏ ਇੰਚਾਰਜ ਦੇ ਇੱਕ ਕਰਕੇ ਲੈਣੇ। ਹਾਂਜੀ, ਨਜਾਇਜ਼ ਮਾਈਨਿੰਗ ਗੁੰਡਾ ਟੈਕਸ ਦੇ ਜਵਾਬ ਵਿੱਚ ਜੋ ਡਾਕਟਰ ਸਾਹਿਬ ਇਹ ਕਹਿੰਦੇ ਨੇ ਕਿ ਵੋਟਾਂ ਪਈਆਂ ਕਾਂਗਰਸ ਨੂੰ, ਲੋਕ ਸਭਾ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਪੰਜਾਬ ਦੇ ਵਿੱਚ। ਮੈਂ ਡਾਕਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਇਹੀ ਤੁਹਾਡਾ ਕ੍ਰਾਈਟੇਰੀਆ ਹੈ ਦੇਖਣ ਦਾ, ਫਿਰ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਕਿਉਂ ਵਿਰੋਧ ਕਰਦੀ ਹੈ? ਉਹਨਾਂ ਨੂੰ ਵੀ ਵੋਟਾਂ ਪਾ ਕੇ ਚੁਣਿਆ, ਫਿਰ ਜੋ ਵੀ ਉਹ ਕਰ ਰਹੇ ਨੇ ਚਾਹੇ ਸਹੀ ਹੈ ਚਾਹੇ ਗਲਤ ਹੈ ਉਹਨੂੰ ਮੰਨ ਲਓ ਜੇ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ। ਸੋ ਲੋਕਤੰਤਰ ਦੇ ਵਿੱਚ ਇਹ ਨਹੀਂ ਹੁੰਦਾ ਜੇ ਵੋਟਾਂ ਪਾ ਕੇ ਚੁਣ ਲਿਆ ਤਾਂ ਤੁਹਾਨੂੰ ਹਰ ਚੀਜ਼ ਦੇ ਲਈ ਸਰਟੀਫਿਕੇਟ ਨਹੀਂ ਮਿਲ ਗਿਆ। ਜਿਸ ਤਰ੍ਹਾਂ ਦੀ ਬਹਿਸ ਇੱਥੇ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਮਾਈਨਿੰਗ ਗੁੰਡਾ ਟੈਕਸ ਨੂੰ ਲੈ ਕੇ, ਇੱਥੋਂ ਇਹ ਪਤਾ ਲੱਗਦਾ ਕਿ ਸਾਡੇ ਨੁਮਾਇੰਦਿਆਂ ਦੀ ਕੋਈ ਸੰਵੇਦਨਸ਼ੀਲਤਾ ਨਹੀਂ ਹੈ ਇਹਨਾਂ ਗੰਭੀਰ ਮੁੱਦਿਆਂ ਨੂੰ ਲੈ ਕੇ, ਸਗੋਂ ਇਹੋ ਜਿਹੀ ਡਿਬੇਟ ਦੇ ਨਾਲ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲੀਅਤ ਦੇ ਵਿੱਚ ਜੇ ਅੱਜ ਸੁਖਬੀਰ ਬਾਦਲ ਧਰਨਾ ਦੇ ਰਹੇ ਨੇ, ਜੇ ਅੱਜ ਅਕਾਲੀ ਕਾਂਗਰਸੀਆਂ ਤੇ ਆਰੋਪ ਲਾ ਰਹੇ ਨੇ, ਕੱਲ ਕਾਂਗਰਸੀ ਅਕਾਲੀਆਂ ਤੇ ਲਾ ਰਹੇ ਸੀਗੇ, ਪਰ ਜੇ ਦੋਨੇ ਪਾਰਟੀਆਂ ਅਸਲੀਅਤ ਦੇ ਵਿੱਚ ਗੰਭੀਰ ਹੋਣ ਤਾਂ ਇੱਕ ਸਾਂਝਾ ਵਫਦ ਲੈ ਕੇ ਸ਼ਰਮਾ ਜੀ ਬੈਠੇ ਆ, ਇਹ ਵੀ ਐਮਐਲਏ ਹੈ ਕਾਂਗਰਸ ਦਾ ਤੇ ਅਕਾਲੀਆਂ ਦਾ, ਇੱਕ ਸਾਂਝਾ ਵਿਧਾਇਕਾਂ ਦਾ ਵਫਦ ਲੈ ਕੇ ਉਹਨਾਂ ਨਾਕਿਆਂ ਦਾ ਦੌਰਾ ਕਰੇ ਸਰਕਾਰ ਕਿ ਉੱਥੇ ਹੋ ਕੀ ਰਿਹਾ। ਮੀਡੀਆ ਨੂੰ ਜੇ ਇੱਕ ਦੂਜੇ ਤੇ ਯਕੀਨ ਨਹੀਂ ਹੈ, ਮੀਡੀਆ ਦੀ ਹਾਜ਼ਰੀ ਦੇ ਵਿੱਚ ਇੱਕ ਸਾਂਝੀ ਕਮੇਟੀ ਬਣਾ ਕੇ ਜਿਹੜੀ ਸਰਬ ਪਾਰਟੀ ਉਹਨਾਂ ਨਾਕਿਆਂ ਦਾ ਦੌਰਾ ਕੀਤਾ ਜਾ ਸਕਦਾ ਕਿ ਜਿਹੜੀ ਗੁੰਡਾਗਰਦੀ ਉੱਥੇ ਹੋ ਰਹੀ ਹੈ ਉਹ ਮੀਡੀਆ ਦੇ ਸਾਹਮਣੇ ਦੋਨੋਂ ਪਾਰਟੀਆਂ ਦੀ ਜੁਆਇੰਟ ਟੀਮ ਜਿਹੜੀ ਹੈ, ਈਵਨ ਕਿ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਦੇਖੀ ਜਾ ਸਕਦੀ ਹੈ। ਜੇਕਰ ਇਹ ਪਾਰਟੀਆਂ ਗੰਭੀਰ ਹੋਣ ਪਰ ਇੱਥੇ ਟਾਈਮ ਪਾਸ ਕਰਨਾ ਕੁਝ ਨਹੀਂ ਹੋਣਾ। ਇਹ ਗੱਲ ਹੋ ਸਕਦੀ ਹੈ ਕਿ ਸ਼ਾਇਦ ਸਰਕਾਰ ਦੇ ਧਿਆਨ 'ਚ ਨਾ ਹੋਵੇ ਕਿ ਗੁੰਡਾ ਟੈਕਸ ਉਗਰਾਇਆ ਜਾ ਰਿਹਾ, ਕੁਝ ਅਜਿਹੀਆਂ ਧਿਰਾਂ ਹੋਣ ਜਿਹੜੀਆਂ ਲੋਕਲ ਲੈਵਲ ਦੀਆਂ ਹੋਣ। ਮੈਂ ਸਰਕਾਰ ਦੇ ਧਿਆਨ 'ਚ ਇਸ
ਕਰਕੇ ਹੈਗਾ, ਕਿਉਂਕਿ ਐਨਜੀਟੀ ਹੁਕਮ ਜਾਰੀ ਕਰ ਚੁੱਕੀ ਹੈ। ਅੱਜ ਐਨਜੀਟੀ ਨੇ ਇਹ ਵੀ ਹੁਕਮ ਜਾਰੀ ਕਰਤਾ, ਤੁਸੀਂ ਉਲੰਘਣਾ ਕਰ ਰਹੇ ਹੋ, ਉਹਦਾ ਜਵਾਬ ਦਿਓ, ਸਟੇਟਸ ਰਿਪੋਰਟ ਦਿਓ। ਜੇ ਐਨਜੀਟੀ ਦੇ ਹੁਕਮ ਦੇ ਬਾਵਜੂਦ ਵੀ ਸਰਕਾਰ ਦੇ ਧਿਆਨ 'ਚ ਨਹੀਂ ਹੈ, ਫਿਰ ਤਾਂ ਡਾਕਟਰ ਸਾਹਿਬ ਜਿਹੜੇ ਬੁਲਾ ਰਹੇ ਆ ਕਾਂਗਰਸ ਪਾਰਟੀ ਦੇ, ਕਾਈਂਡਲੀ ਤੁਸੀਂ ਦੱਸ ਦਿਓ ਹੋਰ ਕਿਹੜਾ ਤਰੀਕਾ ਸਰਕਾਰ ਦੇ ਧਿਆਨ 'ਚ ਲਿਆਉਣ ਦਾ, ਉਹ ਅਸੀਂ ਅਡਾਪਟ ਕਰ ਲੈਂਦੇ ਹਾਂ। ਹਰਪ੍ਰੀਤ ਜੀ, ਇਹ ਮਾਫੀਆ ਨਹੀਂ, ਤੁਸੀਂ ਨਾ ਇਹਨਾਂ ਦੇ ਐਮਐਲਏ ਨਿਰਮਲ ਸਿੰਘ ਸ਼ਤਰਾਣੇ ਦੀ ਅੱਜ ਦੀ ਤੁਸੀਂ ਇੰਟਰਵਿਊ ਦੇਖੋ। ਉਹ ਕਹਿ ਰਿਹਾ ਵੀ ਤਹਿਸੀਲ 'ਚ ਮੈਂ ਰਜਿਸਟਰੀ ਕਰਵਾਉਣ ਗਿਆ, ਵੀ ਮੈਨੂੰ ਐਮਐਲਏ ਕਰਕੇ 5000 ਰੁਪਇਆ ਰਿਸ਼ਵਤ ਛੋਟ ਦਿੱਤੀ, 15000 ਰੁਪਏ ਰਿਸ਼ਵਤ ਲਈ ਆ, ਨਹੀਂ ਤਾਂ ਉਹ 20000 ਲੈਂਦਾ ਤਾਂ ਮੇਰੀ ਔਕਾਤ ਇਹ ਆ ਵੀ 5000 ਰੁਪਇਆ ਮੈਂ ਛਡਵਾ ਦਿਆ। ਐਮਐਲਏ ਆ ਕਾਂਗਰਸ ਦਾ ਨਿਰਮਲ ਸਿੰਘ ਸ਼ਤਰਾਣਾ, ਫਿਰ ਮਦਨ ਲਾਲ ਕੰਬੋਜ, ਲਾਲ ਸਿੰਘ ਦਾ ਬੇਟਾ। ਰੋ ਰਹੇ ਆ, ਰੋ ਕਿਉਂ ਰਹੇ ਆ? 3 ਸਾਲ ਪੁਲਿਸ ਉਹਨਾਂ ਦੀ ਚਮਚਾਗਿਰੀ ਕਰਕੇ ਵੱਧ ਹਿੱਸਾ ਦਿੰਦੀ ਰਹੀ, ਹੁਣ ਥੋੜਾ ਜਿਹਾ ਹਿੱਸਾ ਘਟਾ ਦਿਆ ਕਿਉਂਕਿ 2 ਸਾਲ ਰਹਿ ਗਏ ਆ। ਉਹਨਾਂ ਨੂੰ ਪਤਾ ਸਰਕਾਰ ਨੇ ਚੇਂਜ ਹੋ ਜਾਣਾ, ਜਦੋਂ ਹਿੱਸਾ ਕੱਟਣ ਲੱਗਿਆ ਫਿਰ ਉਹਨਾਂ ਅਫਸਰਾਂ ਨੂੰ ਗਾਲਾਂ ਕੱਢ ਕੇ ਸਾਹਿਬ ਜਿਹੜੀ ਗੱਲ ਜਗੀਰ ਸਿੰਘ ਤਹਿਸੀਲਾਂ 'ਚ ਥਾਣਿਆਂ 'ਚ ਰੇਤੇ ਦਾ, ਮਾਈਨਿੰਗ ਦਾ, ਗੁੰਡਾ ਦਾ ਸਭ ਟੈਕਸ ਕਰ ਰਹੇ ਹੈਗੇ। ਸਰਕਾਰ ਚੇਂਜ ਹੋਣ ਤੇ ਦਿਨ ਵੇਲੇ ਸੁਪਨੇ ਲੈ ਰਹੇ ਸ਼ਰਮਾ ਜੀ। ਤੁਸੀਂ ਕਿੱਥੇ 40 ਤੇ ਆ ਗਏ ਦਿੱਲੀ 'ਚ। ਚਲੋ ਇੱਕ ਮਿੰਟ, ਇੱਕ ਕਰਕੇ ਆਪਾਂ ਲੈ ਲਈਏ, ਆਪਾਂ ਮੁੱਦੇ ਤੇ ਰਹੀਏ ਜਗੀਰ ਸਿੰਘ ਆਦਾ। ਤੁਸੀਂ ਤਾਂ 2 ਵੀ ਨਹੀਂ ਰਹਿਣੇ ਆ, 2 ਸਾਲ ਬਾਅਦ ਦੇਖ ਲਿਓ ਕੀ ਹਾਲ ਹੋਣਾ ਹੈਗਾ, ਜਿਹੜਾ ਹਾਲ ਕਰਿਆ ਪਿਆ। ਸ਼ਰਮਾ ਜੀ, ਇਸ ਸਟੇਟ ਨੂੰ ਲੁੱਟਣ ਤੇ ਲੱਗੇ ਹੋਏ ਆ, ਨਾਲੇ ਰੌਲਾ ਪਾਉਂਦੇ ਆ। ਤੁਹਾਡੇ ਤੋਂ ਵੱਡਾ ਚੋਰ ਕੌਣ ਹੋ ਸਕਦਾ ਇਸ ਪਾਰਟੀ ਤੋਂ ਵੱਡਾ? ਰੇਤਾ ਲੁੱਟ ਰਹੇ ਆ, ਤਹਿਸੀਲਾਂ 'ਚ ਲੁੱਟ ਰਹੇ ਆ, ਥਾਣਿਆਂ 'ਚ ਲੁੱਟ ਰਹੇ ਆ। ਚਲੋ ਇੱਕ ਕਰਕੇ ਲੈ ਲਵਾਂ ਮੈਂ, ਇੱਕ ਮਿੰਟ ਜਗੀਰ ਸਿੰਘ ਜੀ, ਸ਼ਰਮਾ ਜੀ ਇੱਕ ਸੈਕਿੰਡ, ਮੈਂ ਨੀਲ ਗਰਗ ਜੀ ਤੋਂ ਇੱਕ ਰਿਐਕਸ਼ਨ। ਨੀਲ ਗਰਗ ਸਾਹਿਬ, ਉਹਨਾਂ ਦਾ ਤਰਕ ਜਿਹੜਾ ਉਹ ਤਰਕ ਕਿੰਨਾ ਕੁ ਤੁਹਾਨੂੰ ਵਾਜਬ ਲੱਗਦਾ ਹੈ ਕਿ ਜੇ ਜਨਤਾ ਸਾਡੇ ਤੋਂ ਦੁਖੀ ਹੋਵੇ, ਰੇਤ ਮਾਫੀਏ ਤੋਂ ਦੁਖੀ ਹੋਵੇ ਜਾਂ ਹੋਰਨਾਂ ਚੀਜ਼ਾਂ ਤੋਂ ਦੁਖੀ ਹੋਵੇ, ਤਾਂ ਵੋਟਾਂ ਸਾਨੂੰ ਕਿਉਂ ਪਾਵੇ? ਹੁਣੇ ਕਹਿੰਦੇ ਲੋਕ ਸਭਾ ਦੀ ਇਲੈਕਸ਼ਨ ਨਿਕਲੀ ਹੈ, ਜ਼ਿਮਨੀ ਚੋਣਾਂ ਨਿਕਲੀਆਂ ਨੇ, ਉਹਦੇ ਵਿੱਚ ਅਸੀਂ ਜਿੱਤੇ ਹਾਂ, ਇਹਦਾ ਮਤਲਬ ਕਿ ਲੋਕਾਂ ਦਾ ਫਤਵਾ ਸਾਡੇ ਲਈ ਹੈ। ਦੇਖੋ, ਪੰਜਾਬ ਦੀ ਤਰਾਸਦੀ ਇਹੀ ਹੈ ਕਿ ਪੰਜਾਬ ਦੇ ਭੋਲੀ ਭਾਲੀ ਜਿਹੜੀ ਜਨਤਾ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਵੋਟਾਂ ਦੇ ਦਿਨਾਂ ਦੇ ਵਿੱਚ ਆ ਕੇ, ਜਿਸ ਤਰੀਕੇ ਨਾਲ ਇਸ ਪ੍ਰਚਾਰ ਤੰਤਰ ਦੇ ਥਰੂ ਪ੍ਰਚਾਰ ਕਰਦੇ ਹੈਗੇ ਆ। ਜਦ ਕਿ ਅਸਲੀਅਤ ਇਹ ਹੈਗੀ ਜਿਹੜੀ ਪਿਛਲੀ ਸਰਕਾਰ ਸੀ ਉਹ ਇਸੇ ਕਰਕੇ ਹਟਾਈ ਗਈ ਸੀ, ਲੋਕਾਂ ਨੇ ਇਸੇ ਕਰਕੇ ਹਟਾਈ ਸੀ ਕਿ ਪੂਰਾ ਪੰਜਾਬ ਜਿਹੜਾ ਹੈਗਾ ਉਹ ਮਾਫੀਆ ਦੇ ਜਕੜ ਪੰਜੇ ਦੇ ਵਿੱਚ ਹੈਗਾ ਸੀ। ਉਸ ਟਾਈਮ ਤੇ ਟਰਾਂਸਪੋਰਟ ਮਾਫੀਆ ਵੀ ਸੀ, ਕੇਬਲ ਮਾਫੀਆ ਵੀ ਸੀ, ਲੈਂਡ ਮਾਫੀਆ ਵੀ ਸੀ, ਮਾਈਨਿੰਗ ਮਾਫੀਆ ਵੀ ਸੀ, ਸ਼ਰਾਬ ਮਾਫੀਆ ਵੀ ਸੀ। ਅੱਜ ਬਾਦ ਦਸਤੂਰ ਉਸੇ ਤਰ੍ਹਾਂ ਹੀ ਉਹ ਜਾਰੀ ਹੈ। ਅੱਜ ਭਾਵੇਂ ਧਰਨਾ ਲਗਾ ਰਹੇ ਆ ਅਕਾਲੀ ਦਲ ਬਾਦਲ ਉੱਥੇ, ਪਰ ਇੱਕ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਬੁਗਲਾ ਭਗਤ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਤੁਹਾਡੇ ਵੇਲੇ ਵੀ ਤਾਂ ਇਹ ਹੈਗਾ ਸੀ। ਇਹ ਦੇਣ ਤੇ ਤੁਹਾਡੀ ਹੈ ਪੰਜਾਬ ਨੂੰ। ਅਸੀਂ ਅੱਜ ਤੋਂ 20 ਸਾਲ ਪਹਿਲਾਂ ਕਦੇ ਗੁੰਡਾ ਟੈਕਸ ਦਾ ਨਾਮ ਸੁਣਿਆ ਹੀ ਨਹੀਂ ਸੀ ਕਿ ਗੁੰਡਾ ਟੈਕਸ ਵੀ ਕੋਈ ਹੁੰਦਾ ਹੈਗਾ। ਤੇ ਅੱਜ ਜਿਹੜੇ ਤੁਸੀਂ ਇਲਜ਼ਾਮ ਕਾਂਗਰਸ ਤੇ ਲਗਾ ਰਹੇ ਹੋ, ਕੱਲ ਕਾਂਗਰਸ ਤੁਹਾਡੇ ਤੇ ਇਲਜ਼ਾਮ ਲਗਾਉਂਦੀ ਸੀ। ਚੱਡਾ ਸਾਹਿਬ ਦੀ ਗੱਲ ਨਾਲ ਬਿਲਕੁਲ 100% ਸਹਿਮਤ ਹੈਗਾ। ਇਹ ਦੋਨੋਂ ਜਿਹੜੀਆਂ ਧਿਰਾਂ ਨੇ ਸੰਵੇਦਨਸ਼ੀਲ ਨਹੀਂ ਹੈਗੀਆਂ। ਇਹਨਾਂ ਤੋਂ ਛਟਕਾਰਾ ਪਾਉਣ ਵਾਸਤੇ ਹੁਣ ਅੱਜ ਇਹ ਜਦੋਂ ਕਹਿ ਰਹੇ ਨੇ, ਕੱਲ ਨੂੰ ਸ਼ਰਮਾ ਜੀ ਕਹਿਣਗੇ ਕਿ ਸਾਨੂੰ ਤੇ ਇੰਨੀਆਂ ਸੀਟਾਂ ਮਿਲ ਗਈਆਂ। ਇਮਾਨਦਾਰ ਰਾਜਨੀਤੀ ਦੀ ਜ਼ਰੂਰਤ ਹੈ। ਜੇ ਕਰਪਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਉਹ ਸਿਰਫ ਅਤੇ ਸਿਰਫ ਰਾਜਨੀਤੀ ਤੋਂ ਹੁੰਦੀ ਹੈ। ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ। ਹਰਪ੍ਰੀਤ ਜੀ, ਇਮਾਨਦਾਰ ਰਾਜਨੀਤੀ ਦੀ ਗੱਲ ਕਰਾਂ, ਅੱਜ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਕਹਿ ਸਕਦੀ ਹੈ ਇਮਾਨਦਾਰ? ਇਹਨਾਂ ਦੀ ਤਾਂ ਪੰਜਾਬ ਦੀ ਤਰਾਸਦੀ ਇਹ ਰਹੀ ਹੈ ਵੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਤੇ ਇਹ ਆਪਣੀ ਕੁਰਸੀ ਬਚਾਉਣ ਵਾਸਤੇ ਕਾਂਗਰਸ ਕੋਲ ਜਾ ਕੇ ਵਿਕ ਗਏ। ਜੇ ਅੱਜ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਸਲਾਮਤ ਆ, ਉਹ ਕਾਂਗਰਸ ਦੀ ਬਦੌਲਤ ਸਲਾਮਤ ਆ। ਨਹੀਂ ਤਾਂ 7 ਐਮਐਲਏ ਤਾਂ ਇਹਨਾਂ ਦੇ ਭੱਜੇ ਪਏ ਆ, ਪਾਰਟੀ ਛੱਡ ਕੇ ਦੌੜ ਗਏ, ਪਾਰਟੀ ਛੱਡ ਕੇ ਅਲੱਗ ਇਲੈਕਸ਼ਨ। ਚਲੋ ਆਪਾਂ ਮੁੱਦੇ ਤੇ ਆ ਜੀ, ਆਪਾਂ ਪੋਲਿਟਿਕਸ ਤੇ ਨਾ ਜਾਈਏ। ਆਪਾਂ ਮੁੱਦੇ ਦੀ ਗੱਲ ਇਹ ਕਰੀਏ ਕਿ 5 ਸਾਲ ਸਾਡੀ ਸਰਕਾਰ ਰਹੀ ਆ। ਸਰ ਸਾਨੂੰ ਵੀ ਟਾਈਮ ਦੇ ਤੁਸੀਂ ਦੇਣਾ ਫਿਰ। 24,000 ਨਹੀਂ ਇਸ ਚੀਜ਼ ਤੇ ਫਿਰ 24,000 ਕਰੋੜ ਰੁਪਇਆ ਸੀ। ਟਾਈਮ ਦੇ ਦੇਣਾ। ਇਹ ਨਹੀਂ ਹੈਗਾ ਕਿ ਤੁਸੀਂ ਇਲਜ਼ਾਮ ਲਗਾ ਕੇ ਚੱਲ ਕੇ ਚੱਲਦੇ ਬਣੋ, ਜਾਨੀ ਕਿ 24,000 ਕਰੋੜ ਇਸੇ ਕਰਕੇ ਅਸੀਂ ਕਹਿੰਦੇ ਕਿ ਬੁਗਲਾ ਭਗਤ ਕਰਨ ਦੀ ਕੋਸ਼ਿਸ਼ ਨਾ ਕਰੋ। 24,000 ਕਰੋੜ ਰੁਪਇਆ ਸੀ ਸੜਕਾਂ ਤੇ ਲਾਇਆ ਸੀਗਾ। ਬੈਸਟ ਇਨਫਰਾਸਟ੍ਰਕਚਰ ਸਟੇਟ ਸਾਡੇ ਟਾਈਮ 'ਚ ਪੰਜਾਬ ਜਿਹੜੀ ਬਣੀ ਸੀਗੀ। ਮੋਹਾਲੀ ਦਾ ਤੁਸੀਂ ਹਾਲ ਦੇਖ ਲਿਓ। ਬਿਜਲੀ ਪੈਦਾ 12,464 ਮੈਗਾਵਾਟ ਬਿਜਲੀ ਸਾਡੀ ਸਰਕਾਰ 'ਚ ਪੈਦਾ ਹੋਈ ਸੀਗੀ। ਫਿਰ ਜੀਡੀਪੀ ਟੂ ਡੈਟ ਰੇਸ਼ੋ ਸਾਡੀ ਸਰਕਾਰ 'ਚ ਆਪਾਂ ਸਿਰਫ ਮਾਈਨਿੰਗ ਤੇ ਇਕੱਲੇ ਆંકੜੇ ਇਹਦਾ ਸਿਰਫ ਇਹਨਾਂ ਨੇ ਜੀ ਇਹ ਪਿਛਲੇ 20 ਇਹ ਸਰਕਾਰਾਂ ਦਾ ਚੰਡੀਗੜ੍ਹ ਦੇ ਆਲੇ ਦੁਆਲੇ ਜਿੰਨੀਆਂ ਵੀ ਸਾਂਭਾਂ ਦੀਆਂ ਜ਼ਮੀਨਾਂ ਸੀ ਇਹਦਾ ਝੂਠ ਬੋਲ ਕੇ ਵੀ ਕਰਜ਼ਾ ਮਾਫ ਕਰ ਦਾਂਗੇ, ਮੁਫਤ ਬਿਜਲੀ ਦੇ ਦਾਂਗੇ, 52,000 ਸਰਕਾਰਾਂ ਦੇ ਦਾਂਗੇ,
ਪੈਨਸ਼ਨ 2100 ਦੇ ਦਾਂਗੇ, ਹਰ ਘਰ ਨੌਕਰੀ ਦੇ ਦਾਂਗੇ। ਕਿੱਡਾ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੌ ਖਾ ਕੇ ਇਹਨਾਂ ਨੇ ਝੂਠ ਬੋਲਿਆ, ਲੋਕ ਇਹਨਾਂ ਦੀਆਂ ਗੱਲਾਂ ਜਾ ਕੇ ਇੱਕ ਮਿੰਟ ਸ਼ਰਮਾ ਸਾਹਿਬ ਆ ਗਿਆ। ਹੋਰ ਵੀ ਗੱਲ ਸ਼ਰਮਾ ਜੀ ਗਰਗ ਸਾਹਿਬ ਆਪਾਂ ਮੁੱਦੇ ਤੇ ਰਹੀਏ, ਇੱਕ ਮਿੰਟ ਮੁੱਦੇ ਤੇ ਰਹੀਏ। ਅੱਜ ਦਾ ਮੁੱਦਾ ਸਿਰਫ ਅੱਜ ਦਾ ਮੁੱਦਾ ਸਿਰਫ ਰੇਤਾ, ਅੱਜ ਦਾ ਸਿਰਫ ਮਾਈਨਿੰਗ, ਅੱਜ ਦਾ ਮੁੱਦਾ ਸਿਰਫ ਮਾਈਨਿੰਗ ਹੈ। ਕਦੇ ਬਲਦੇਵ ਸਿੰਘ ਇਲੈਕਸ਼ਨ ਕਿਸੇ ਪਾਰਟੀ ਤੋਂ ਲੱਗਦਾ, ਕਦੇ ਕਿਸੇ ਤੋਂ ਲੜਦਾ, ਖੈਰਾ ਕਦੇ ਕਿਤੇ ਖੜਦਾ ਹੈਗਾ, ਕਦੇ ਅਸਤੀਫਾ ਦੇ ਦਿੰਦਾ, ਕਦੇ ਵਾਪਸ ਕਰ ਦਿੰਦਾ ਹੈ। ਸੰਦੋਏ ਨੂੰ ਇਹ ਪੁੱਛੋ, ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦੀ ਜਿੱਥੋਂ ਤੱਕ ਆਮ ਆਦਮੀ ਦੇ ਆਮ ਆਦਮੀ ਪਾਰਟੀ ਨੇ ਕਦੇ ਕਿਸੇ ਅੱਜ ਚਲੋ ਆਪਾਂ ਮੁੱਦੇ ਨੂੰ ਡਾਇਵਰਟ ਹੈ ਕਿੱਥੇ ਅੱਜ ਦਾ ਨਹੀਂ ਹਰਪ੍ਰੀਤ ਜੀ ਜਦੋਂ ਅਸੀਂ ਗੱਲ ਕਰੀ ਉਦੋਂ ਮੁੱਦੇ ਤੇ ਸ਼ਰਮਾ ਜੀ ਕੁਝ ਵੀ ਬੋਲੀ ਜਾਣ। ਸਦਨ ਚ ਕਾਂਗਰਸ ਦੀ ਚਮਚਾਗਿਰੀ ਕਰਨ ਤੋਂ ਬਗੈਰ ਉਹ ਤੁਸੀਂ ਕਰਦੇ ਕਿਆ ਕਰੋ, ਤੁਸੀਂ ਟਾਈਮ ਕੱਢ ਕੇ ਦੇਖ ਲਿਓ ਕਿ ਤੁਹਾਨੂੰ ਜ਼ਿਆਦਾ ਟਾਈਮ ਦਿੱਤਾ ਹੈ। ਇਸ ਲਈ ਮੈਂ ਕਹਿ ਰਿਹਾ ਕਿ ਜਿਹੜੀ ਜਵਾਬ ਦੇ ਧਿਰ ਹੈ ਉਹ ਚੁੱਪ ਬੈਠੀ ਹੈ ਤੇ ਇਹੀ ਤੇ ਗੱਲ ਹੈ, ਅਸੀਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਮਿੰਟ ਆ ਗਿਆ ਬਰਾੜ ਸਾਹਿਬ ਕੋਲ ਆ ਗਿਆ, ਮੈਂ ਇੱਕ ਮਿੰਟ ਆਣਾ। ਸਾਧੂ ਸਿੰਘ ਬਰਾੜ ਸਾਹਿਬ ਇੱਕ ਗੱਲ ਦੱਸੋ, ਇਹ ਅਜਿਹਾ ਮੱਕੜ ਜਾਲ ਹੈ ਕਿ ਸ਼ਾਇਦ ਇਸ ਤੋਂ ਆਜ਼ਾਦ ਨਹੀਂ ਹੋਇਆ ਜਾ ਸਕਦਾ। ਕੀ ਮੈਨੂੰ ਇਹ ਦੱਸੋ, ਜੇ ਕੈਪਟਨ ਅਮਰਿੰਦਰ ਸਿੰਘ ਚਾਹਣ ਜਾਂ ਸਿਆਸੀ ਤਨਦੇਹੀ ਹੋਵੇ ਤਾਂ ਇਸ ਮੱਕੜ ਜਾਲ ਤੋਂ ਨਿਕਲਿਆ ਜਾ ਸਕਦਾ, ਜਾਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਨੇ ਇਸ ਤੋਂ ਨਿਕਲਿਆ ਨਹੀਂ ਜਾ ਸਕਦਾ? ਇਹ ਗਲਤ ਹੈ ਜੀ, ਬਿਲਕੁਲ ਗਲਤ ਹੈ। ਜੇ ਸਰਕਾਰ ਚਾਹਵੇ ਤਾਂ 24 ਘੰਟਿਆਂ 'ਚ ਬੰਦ ਕਰ ਸਕਦੀ। ਬਿਨਾਂ ਸਰਕਾਰ ਦੀ ਮਿਲੀ ਭੁਗਤ ਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਆਪਦੇ ਖੇਤ 'ਚੋਂ ਰੇਤਾ ਚੁੱਕਾਂਗਾ, ਤੁਸੀਂ ਦੇਖਣਾ 1 ਘੰਟੇ ਦੇ ਅੰਦਰ ਅੰਦਰ ਪੁਲਿਸ ਮਾਰ ਹੂਟਰ ਆਉਣਗੇ ਵੱਜਦੇ। ਤੁਸੀਂ ਇੱਕ ਮੈਨੂੰ ਟਰਾਲੀ ਚੁੱਕ ਕੇ ਵਿਖਾ ਦੇਣਾ ਖੇਤ 'ਚੋਂ। ਇਹ ਮੈਂ ਤੁਹਾਨੂੰ ਨਿੱਜੀ ਤਜਰਬੇ ਦੀਆਂ ਗੱਲਾਂ ਦੱਸ ਰਿਹਾ। ਨਵਾਂ ਤਜਰਬਾ ਜਿਹੜਾ ਇਸ ਵੇਲੇ ਆਇਆ ਨਾ, ਘੱਟ ਇਹਨਾਂ ਦੀ ਪਿਛਲੀ ਸਰਕਾਰ ਵੇਲੇ ਸਮੇਂ ਸੀ ਉਹ ਸਹਿੰਦਾ ਕਰਦੇ ਸੀ, ਲੇਕਿਨ ਇਸ ਵੇਲੇ ਇੱਕ ਨਵਾਂ ਤਜਰਬਾ ਆਇਆ ਸਾਹਮਣੇ ਕਿ ਖੜੇ ਚੋਂ ਪਾਣੀ ਚੋਂ 100 ਫੁੱਟ ਡੂੰਘਾ ਡਰਿਲਿੰਗ ਕਰਕੇ ਰੇਤਾ ਕੱਢਣ ਦਾ। ਇਹ ਹੈਰਾਨੀਜਨਕ। ਜੈਤੋ ਦੇ ਵਿੱਚ ਬਹੁਤ ਵੱਡਾ ਰੌਲਾ ਪਿਆ ਸੀ ਇਹਦਾ। ਉੱਥੇ ਨਾ ਕੋਈ ਮਾਈਨਿੰਗ ਵਾਲਾ ਖੇਤ ਜਾਂ ਨਰੇ, ਉੱਥੇ ਨਾ ਕੋਈ ਦਰਿਆ ਲੰਘਦਾ ਨਾ ਕੁਛ, ਔਰ ਮਾਈਨਿੰਗ ਇਸ ਕਿਸਮ ਦੀ ਛੱਪੜ ਕਿਸੇ ਤੋਂ ਜ਼ਮੀਨ ਲੈ ਲਈ ਤੇ ਪਾਣੀ ਫਿਰਦਾ ਉਹਦੇ ਵਿੱਚ, ਪਾਣੀ ਦੇ ਵਿੱਚੋਂ ਬੇੜੀਆਂ ਬਣਾ ਕੇ ਉਹਦੇ ਵਿੱਚ ਇੰਜਣ ਰੱਖ ਕੇ ਡਰਿਲਿੰਗ ਕਰਕੇ ਉਹ ਰੇਤਾ ਕੱਢਦੇ। ਹੈਰਾਨ ਸਾਂ ਮੈਂ, ਇਹ ਪਹਿਲੀ ਵਾਰ ਤਜਰਬਾ ਹੋਇਆ ਸੀ। ਮੈਨੂੰ ਇੱਕ ਆਦਮੀ ਨੇ ਦੱਸਿਆ ਫਾਜ਼ਿਲਕਾ ਵਾਲੀ ਸਾਈਡ ਤੇ ਜੀ, ਉਹ ਕਹਿੰਦੇ ਜੀ ਜਿੱਥੋਂ ਅਸੀਂ ਰੇਤਾ ਲੈ ਕੇ ਆਉਣੇ ਨਾ, ਉੱਥੇ ਤੁਸੀਂ ਜਾ ਕੇ ਦੇਖੋ 60 ਫੁੱਟ 70 ਫੁੱਟ ਡੂੰਘੀ ਜਗ੍ਹਾ, ਜਿੱਥੋਂ 3 ਟਰੈਕਟਰ ਜੋੜ ਕੇ ਸਾਨੂੰ ਕੱਢਣਾ ਪੈਂਦਾ। ਹੁਣ ਉਹਨਾਂ ਨੇ ਟਰੈਕਟਰ ਵੀ ਆਪਦੇ ਰੱਖੇ ਆ। ਪਠਾਨਕੋਟ 'ਚ ਤੁਸੀਂ ਦੇਖੋ ਪਿਛਲੇ ਦਿਨਾਂ 'ਚ ਰੌਲਾ ਪਿਆ ਬਜਰੀ ਦਾ, ਗੁੰਡਾ ਟੈਕਸ ਵਾਲਾ ਬਹੁਤ ਰੌਲਾ ਪਿਆ ਸੀ ਜੀ। ਤੇ ਇਸੇ ਤਰ੍ਹਾਂ ਬਠਿੰਡੇ ਜਿਹੜੀ ਲੱਗ ਰਿਹਾ ਸੀ ਏਮਸ ਦਾ ਤੇ ਪੈਟਰੋਕੈਮੀਕਲ ਦਾ ਲੱਗ ਰਿਹਾ ਸੀ, ਉੱਥੇ ਉਹ ਬੰਦਿਆਂ ਦਾ ਕੰਮ ਰੁਕਿਆ ਪਿਆ ਸੀ। ਇਸੇ ਤਰ੍ਹਾਂ ਜਿਹੜਾ ਕਰਤਾਰਪੁਰ ਦਾ ਲਾਂਘਾ ਸੀ, ਉਹ ਬੰਦਾ ਜਿਹੜਾ ਠੇਕੇਦਾਰ, ਉਹਨੇ ਵੀ ਰੌਲਾ ਪਾਇਆ ਸੀ, ਉਹਨੇ ਕੰਮ ਬੰਦ ਕਰਤਾ ਸੀ ਤੇ ਮੇਰੇ ਕੋਲ ਗੁੰਡਾ ਟੈਕਸ ਲਿਆ ਜਾ ਰਿਹਾ, ਮੈਂ ਨਹੀਂ ਬਣਾਉਂਦਾ। ਮੁੜ ਕੇ ਫਿਰ ਕਿਸੇ ਮੰਤਰੀ ਨੇ ਉਹਦੇ 'ਚ ਦਖਲਅੰਦਾਜ਼ੀ ਕੀਤੀ, ਫਿਰ ਉਹਨੂੰ ਜਾ ਕੇ ਉਹ ਬਜਰੀ ਤੇ ਰੇਤਾ ਮਿਲਣ ਲੱਗਾ ਸੀ। ਤਰਾਸਦੀ ਡਬਲ ਇਹ ਹੋ ਜਾਂਦੀ ਹੈ ਨਾ ਕਿ ਇੱਕ ਤਾਂ ਨਜਾਇਜ਼ ਮਾਈਨਿੰਗ ਹੋ ਹੀ ਰਹੀ ਹੈ, ਉਸ ਤੋਂ ਬਾਅਦ ਗੁੰਡਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ। ਇਲਜ਼ਾਮ ਜਿਹੜੇ ਰੇਟ ਹੈ ਜਿਹੜਾ ਉਹ ਵੀ ਵੱਧ ਜਾਂਦਾ ਹੈ। ਇਲਜ਼ਾਮ ਜਿੰਨੇ ਮਰਜ਼ੀ ਲਾਈ ਜਾਣ ਲੋਕਾਂ ਦੇ ਉੱਤੇ, ਪਰ ਇਹ ਆ ਵੀ ਲੋਕ ਹੈਰਾਨੀ ਦੀ ਗੱਲ ਹੋ ਰਹੀ ਵੀ ਜਾਣ ਤਾਂ ਕਿੱਥੇ ਜਾਣ। ਮੈਂ ਜਿਹੜੇ ਸੱਤਾਧਾਰੀ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਬੈਠੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਿਰਫ ਆਰੋਪ ਲਾਉਣ ਦੀ ਗੱਲ ਨਹੀਂ ਹੈ। ਮੈਂ ਆਰੋਪ ਨਹੀਂ ਲਾ ਰਿਹਾ, ਮੈਂ ਪੰਜਾਬ ਦੇ ਹਿੱਤ ਦੇ ਵਿੱਚ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਕਿਤੇ ਸ਼ਿਕਾਇਤ ਨਹੀਂ ਹੋਈ, ਜੇ ਤੁਹਾਨੂੰ NGT ਦੇ ਹੁਕਮਾਂ ਦੇ ਬਾਵਜੂਦ ਵੀ ਲੱਗਦਾ ਕਿ ਸ਼ਿਕਾਇਤ ਨਹੀਂ ਹੋਈ, ਮੈਂ ਤੁਹਾਨੂੰ ਸਤਿਕਾਰ ਸਹਿਤ ਬੇਨਤੀ ਕਰਦਾ ਕਿ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਮੀਡੀਆ ਦੀ ਹਾਜ਼ਰੀ ਦੇ ਵਿੱਚ ਕਿ ਕਿਵੇਂ ਸੜਕਾਂ ਦੇ ਉੱਪਰ ਗੁੰਡਾ ਟੈਕਸ ਦੇ ਨਾਕੇ ਲੱਗੇ ਹੋਏ ਨੇ। ਜੇਕਰ SSP DGP ਸਾਰਿਆਂ ਨੂੰ ਲਿਖਣ ਤੋਂ ਬਾਅਦ ਨਹੀਂ ਕਾਰਵਾਈ ਹੋ ਰਹੀ ਤਾਂ ਕਿਰਪਾ ਕਰਕੇ ਤੁਸੀਂ ਦੱਸ ਦਿਓ ਕੀ ਤਰੀਕਾ ਹੈ। ਤੁਸੀਂ ਆਪ ਆ ਜਾਓ, ਆਪਣੇ ਕੋਈ ਨੁਮਾਇੰਦੇ ਭੇਜ ਦਿਓ, ਮੀਡੀਆ PTC ਦੇ ਬੈਠੇ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਤੁਸੀਂ ਦੱਸ ਦਿਓ ਉਹਨਾਂ ਤੇ ਕਿਸ ਤਰ੍ਹਾਂ ਕਾਰਵਾਈ ਹੋ ਸਕਦੀ ਹੈ। ਚਲੋ ਆਪਾਂ ਜਵਾਬ ਲੈ ਲਈਏ। ਇੱਕ ਮੈਂ ਬੇਨਤੀ ਕਰਨੀ ਚਾਹੂੰਗਾ ਸ਼ਰਮਾ ਜੀ ਨੂੰ। ਸ਼ਰਮਾ ਜੀ, ਇਹ ਜਿਹੜਾ ਨਜਾਇਜ਼ ਮਾਈਨਿੰਗ ਗੁੰਡਾ ਟੈਕਸ ਹੈ, ਇਹ ਪਿਛਲੇ 20 ਸਾਲਾਂ ਤੋਂ ਚੱਲਦੀ ਰਹੀ ਹੈ, ਤੁਹਾਡੀ ਸਰਕਾਰ ਦੇ ਵਿੱਚ ਵੀ ਰਹੀ ਹੈ। ਜੇ ਤੁਸੀਂ ਵੀ ਇਹਨੂੰ ਗੰਭੀਰਤਾ ਦੇ ਨਾਲ ਉਠਾਉਣਾ ਚਾਹੁੰਦੇ ਆ ਤਾਂ ਕੇਂਦਰ ਦੇ ਵਿੱਚ ਜਿਹੜਾ ਵਾਤਾਵਰਣ ਮੰਤਰਾਲਾ ਹੈ, ਉੱਥੇ ਤੁਹਾਡੀ ਸਰਕਾਰ ਹੈ, ਤੁਸੀਂ ਉੱਥੋਂ ਬੰਦ ਕਰਾ ਸਕਦੇ ਆ। ਚਲੋ ਜਵਾਬ ਲਈਏ ਨਾ, ਆਪਣਾ ਟਾਈਮ ਘੱਟ ਹੈ। ਚੱਡਾ ਸਾਹਿਬ, ਗੁੰਡਾ ਟੈਕਸ ਦੀ ਗੱਲ ਹੈ, ED ਬੈਠੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਬੈਠਾ, CBI ਬੈਠੀ ਹੈ, ਤੁਸੀਂ ਉੱਥੋਂ ਇੰਟਰਵਿਨ ਕਰਾ ਕੇ ਇਹ ਮਾਮਲੇ ਦੀ ਜਾਂਚ ਕਰਵਾ ਸਕਦੇ ਹੋ। ਹਾਂਜੀ ਜਗੀਰ ਸਿੰਘ ਜੀ ਜਵਾਬ ਦਿਓ। ਉੱਥੋਂ ਕਾਰਵਾਈ ਕਰਾਓ। ਜਗੀਰ ਸਿੰਘ ਜੀ ਕਹਿੰਦੇ ਨੇ ਕਿ ਕਾਰਵਾਈ ਕਰੇ ਕੌਣ? ਸਾਥੀ ਬੁਲਾਰਿਆਂ ਦੀਆਂ ਗੱਲਾਂ ਤੇ ਬੜਾ ਹਾਸਾ ਆਉਂਦਾ ਜੀ। ਜਿੱਥੇ ਪਾਣੀ 40 ਫੁੱਟ ਤੇ ਆ ਜਾਂਦਾ ਹੈ, ਉਥੋਂ ਮੇਰੇ ਵੀਰ 80 ਫੁੱਟ ਤੋਂ ਰੇਤਾ ਕੱਢਣ ਦੀਆਂ ਗੱਲਾਂ ਕਰ ਰਹੇ ਨੇ। ਦਰਿਆ ਦੇ ਨਾਲ ਜਿੱਥੇ 25 ਤੋਂ 30 ਫੁੱਟ ਤੇ ਪਾਣੀ ਹੈ ਆ ਜਾਂਦਾ ਹੈ, ਉੱਥੇ 80 ਫੁੱਟ ਰੇਤਾ ਦਿਖਾ ਰਹੇ ਨੇ।
ਤਰਕ ਦੇ ਆਧਾਰ ਤੇ ਪਾਣੀ ਦੇ ਵਿੱਚੋਂ ਤਾਂ ਰੇਤਾ ਕੱਢ ਰਹੇ ਆ। ਮੈਂ ਪੱਟਿਆ ਹੋਇਆ ਫॉर ਦਿਖਾ योर ਦੇ काइंड ਮੈਨੂੰ, इन्फॉर्मेशन ਜਾ ਕੇ ਦੇਖੋ ਪਾਣੀ ਦੇ ਵਿੱਚੋਂ ਰੇਤਾ ਕੱਢਦੇ ਆ। ਆਜੋ ਮੈਂ ਦਿਖਾਵੇ ਆ ਛੱਤ 'ਚ ਬੋਰੇ ਕਰਕੇ ਪਾਣੀ ਚੋਂ ਰੇਤਾ ਕੱਢ ਰਹੇ ਆ। 60 ਪਾਣੀ ਬੋਰੇ ਚ ਬੋਰੇ ਨਾਲ। ਜਿੱਥੋਂ ਤੱਕ ਗੱਲ ਕਰਦੇ ਨੇ ਦਿਖਾ ਦੇ ਇਹਨੂੰ। ਜੀ 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 60 ਗ੍ਰੀਨ ਫੁੱਟ ਟ੍ਰਿਬਿਊਨਲ ਦਾ ਛੱਤ 'ਚ ਮੈਂ ਦਿਖਾ ਦੇ ਤੁਹਾਨੂੰ ਗੱਲ ਕਰਕੇ। ਨੇ ਹਾਂਜੀ ਹਾਂਜੀ ਦੋ ਚਲਾਉਣੇ ਸੌਖੇ ਨੇ। ਜੇਕਰ ਆਪਾਂ ਕਿਸੇ ਲਈ ਇੱਕ ਉਂਗਲ ਚੱਕਦੇ ਆ ਤੇ ਚਾਰ ਉਂਗਲਾਂ ਆਪਦੇ ਲਈ ਵੀ ਹੁੰਦੀਆਂ ਨੇ, ਇਹ ਵੀ ਧਿਆਨ ਰੱਖ ਕੇ ਗੱਲ ਕਰਨੀ ਚਾਹੀਦੀ ਨਹੀਂ ਉਹੀ ਕਰ ਰਹੇ ਗ੍ਰੀਨ ਟ੍ਰਿਬਿਊਨਲ ਨੇ ਜਿਹੜਾ ਨੋਟਿਸ ਜਾਰੀ ਕੀਤਾ ਉਹਦਾ ਕੋਈ ਜੇ ਜਵਾਬ ਹੈ ਕਿਸੇ ਆਪਾਂ ਅਦਾਲਤ ਦੇ ਵਿੱਚ ਸਰ ਕਰਨੇ ਜਾਂ ਗ੍ਰੀਨ ਟ੍ਰਿਬਿਊਨਲ ਵੀ ਇਹ ਕੰਮ ਪਹਿਲਾਂ ਕਰਦੀ ਰਹੀ ਕੋਈ ਹੈ? ਰਿਟ ਪਾਉਣੇ ਆ ਤੇ ਉਹ ਸਮਨਿੰਗ ਜ਼ਰੂਰ ਕੀਤੀ ਜਾਂਦੀ ਹੈ। ਵੈਸੇ ਜਵਾਬ ਕਿਸੇ ਤਰਕ ਨਾਲ ਦੇਣਾ ਚਾਹੀਦਾ। ਬੰਦਾ ਕੋਈ ਸਟੱਡੀ ਕਰਕੇ ਆਵੇ ਕਿਸੇ ਕੇਸ ਦੀ ਵੀ ਅਸੀਂ ਆ ਕਰ ਰਹੇ ਹਾਂ, ਬਜਾਏ ਇਸ ਦੇ ਕਿ ਉਹਦੇ ਤੂੰ ਮੈਂ ਚਲੋ ਕਰੀ ਮੇਰੇ ਜਾਣੀ। ਕੋਲ ਸਮਾਂ ਵੀ ਘੱਟ ਹੈ ਔਰ ਕਨੈਕਸ਼ਨ ਵੀ ਤੁਸੀਂ ਆਪਣੀ ਸਰਕਾਰ ਦੀ ਕਾਰਵਾਈ ਦੱਸੋ ਕਿ ਟੁੱਟ ਤੁਸੀਂ ਗਿਆ। ਕੀ ਐਕਸ਼ਨ ਹਾਂ, ਕਰ ਰਹੇ ਹੋ, ਠੀਕ ਹੈ, ਠੀਕ ਹੈ। ਕਿਹੜੀ ਖਾੜੀ ਜੀ, ਥਾਂ ਤੇ ਜੀ। ਕੀਤਾ, ਹੁਣ ਕਿੰਨੇ ਆਖਰੀ ਬੰਦੇ segment, ਫੜੇ ਆ। ਜਲਦੀ ਜਲਦੀ ਦੱਸੋ ਕੀ ਦੇਖੋ ਕਰਨਾ। ਅੱਜ ਕੱਲ ਤਾਂ ਗੂਗਲ ਤੇ ਸਾਰਾ ਕੁਝ ਹੈ ਜੀ। ਜੇ ਸਰਕਾਰ ਦੀ ਨੀਅਤ ਸਾਫ਼ ਹੋਏ, ਗੂਗਲ ਤੋਂ ਜਿਹੜੀਆਂ ਫੋਟੋਆਂ ਲੈ ਕੇ ਇੱਕ ਚੀਜ਼ ਸਰਚ ਹੋ ਸਕਦੀ ਆ। ਪਰ ਅੱਜ ਸਭ ਤੋਂ ਵੱਡਾ ਦੇਖੋ ਨੁਕਸਾਨ ਜਿਹੜਾ ਨਾ ਵਾਤਾਵਰਣ ਨੂੰ ਆ, ਮੈਂ ਅਸਲੀਅਤ ਦੱਸ ਰਿਹਾ, ਪ੍ਰਮਾਤਮਾ ਜਾਣਦਾ ਹੈਗਾ ਵੀ ਜੇ ਕਿਤੇ ਸ਼ਿਕਾਇਤ ਆਉਂਦੀ ਸੀਗੀ ਅਸੀਂ ਜ਼ਰੂਰ ਕਾਰਵਾਈ ਉਸ ਟਾਈਮ ਮੇਰੇ ਹਲਕੇ ਚ ਹੁੰਦੀ ਸੀਗੀ। ਪਰ ਹੁਣ ਜਿਹੜਾ ਸਭ ਤੋਂ ਵੱਡਾ ਥ੍ਰੈਟ ਆ ਉਹ ਚਿੜੀਆ ਘਰ ਨੂੰ ਆ। ਟੋਟਲ ਦਰਖਤ ਪੱਟੇ ਜਾ ਰਹੇ ਆ, ਟੋਟਲ ਮਾਈਨਿੰਗ ਹੋ ਰਹੀ ਆ। ਔਰ ਮੈਂ ਨਾਂ ਲੈ ਕੇ ਲਾ ਰਿਹਾ ਕਿ ਸੀਐਮ ਸਾਹਿਬ ਦੇ ਐਡਵਾਈਜ਼ਰ ਆ, ਉਹ ਆ ਮੇਰੇ ਹਲਕੇ ਦਾ ਹਲਕੇ ਹੋਏ ਇੰਚਾਰਜ ਆ, ਜ਼ਿਲ੍ਹੇ ਦਾ ਮੰਤਰੀ ਆ, ਰਲ ਕੇ ਪੁਲਿਸ ਪ੍ਰਸ਼ਾਸਨ ਔਰ ਮਾਈਨਿੰਗ ਮਾਫੀਆ ਦੀ ਮਦਦ ਨਾਲ ਹੋ ਰਿਹਾ। ਜੇ ਕਿਤੇ ਮੈਂ ਝੂਠ ਬੋਲਾਂ ਮੇਰੇ ਨਾਲ ਚਲੋ ਟੀਮ ਅੱਜ ਵੀ ਦਿਖਾਵਾਂ। ਗੁੰਡਾ ਟੈਕਸ ਵਾਲੇ ਮੇਰੇ ਹਲਕੇ 'ਚ 10 ਜਗ੍ਹਾ ਬੈਠੇ ਆ। ਇਲੀਗਲ ਮਾਈਨਿੰਗ ਮੇਰੇ ਹਲਕੇ 'ਚ ਹੋ ਰਹੀ ਆ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇੱਕ ਵੀ ਮਾਈਨਿੰਗ ਜਿਹੜੀ ਲੀਗਲ ਨਹੀਂ ਆ। ਕ੍ਰੈਸ਼ਰ ਵਾਲਿਆਂ ਦੇ ਕ੍ਰੈਸ਼ਰ ਸੀਲ ਹੋ ਜਾਂਦੇ ਆ ਜੇ ਉਹ ਵੇਚਦੇ ਆ। ਯਾਨੀ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ। ਤਹਿਸੀਲ 'ਚ 30,000 ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ। ਠੀਕ ਹੈ, ਠੀਕ ਹੈ। 2000 ਤੋਂ ਬਗੈਰ ਮੇਰੇ ਕੋਲ ਸਮਾਂ ਘੱਟ ਹੈ। ਮੈਂ ਹਾਂਜੀ ਸੋ ਇਹ ਹਾਲਤ ਹੋਏ ਪਏ ਆ। ਹਾਂ ਬੋਲੋ ਸੋ ਜਲਦੀ। ਆਪਾਂ ਇਹ ਗੂਗਲ ਤੋਂ ਸਰਚ ਕਰਕੇ ਚਲੋ ਸ਼ਰਮਾ ਸਾਹਿਬ ਆ ਗਈ ਗੱਲ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਇਹ ਵਕਤ ਯਾਨੀ ਕਿ ਇੱਕ ਦੂਜੇ ਤੇ ਆਰੋਪ ਲਗਾਉਣ ਦਾ ਨਹੀਂ ਹੈਗਾ। ਜੇ ਹੁਕਮਰਾਨ ਧਿਰ ਸੱਚਮੁੱਚ ਸੰਵੇਦਨਸ਼ੀਲ ਹੈ ਪੰਜਾਬ ਦੇ ਪ੍ਰਤੀ ਤੇ ਉਹ ਹੁਣ ਪੁਰਾਣੀ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ ਕੁਝ ਕਰਕੇ ਦਿਖਾਵੇ ਔਰ ਪੰਜਾਬ ਨੂੰ ਇਸ ਮਾਫੀਆ ਜਾਲ ਚੋਂ ਕੱਢ ਕੇ ਪੰਜਾਬ ਦੇ ਆਰਥਿਕ ਹਾਲਾਤ ਵੀ ਸੁਧਾਰੇ ਔਰ ਪੰਜਾਬ ਨੂੰ ਵਾਤਾਵਰਣ ਦੇ ਪੱਖੋਂ ਵੀ ਜਿਹੜਾ ਬਚਾਵੇ। ਹਾਂਜੀ ਜਲਦੀ। ਦੇਖੋ ਦੋਨੋਂ ਧਿਰਾਂ ਆਰੋਪ ਪ੍ਰਤੀ ਆਰੋਪ ਕਰਨ ਦੀ ਬਜਾਏ ਅਕਾਲੀ ਦਲ ਤੇ ਕਾਂਗਰਸ ਦੋਨਾਂ ਦੇ ਕੋਲ ਜਿਹੜਾ ਰਸਤਾ ਹੈਗਾ ਹੈ, ਅਕਾਲੀ ਦਲ ਦੇ ਕੋਲ ਕੇਂਦਰ ਵਾਲਾ ਰਸਤਾ ਹੈਗਾ ਹੈ, ਪੰਜਾਬ ਦੇ ਕੋਲ ਤਾਂ ਪੰਜਾਬ ਦੀ ਸਰਕਾਰ ਹੈ। ਦੋਨੇ ਧਿਰਾਂ ਸੰਵੇਦਨਸ਼ੀਲਤਾ ਦੇ ਨਾਲ ਇਸ ਮਸਲੇ ਦਾ ਹੱਲ ਕੱਢਣ, ਆਰੋਪ ਪ੍ਰਤੀ ਆਰੋਪ ਕਰਕੇ ਪੰਜਾਬ ਦੇ ਲੋਕਾਂ ਦੇ ਜ਼ਖਮਾਂ ਤੇ ਨਮਕ ਨਾ ਛਿੜਕਣ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਬਣੇ ਰਹਿਣ ਦੇ ਲਈ। ਔਰ ਮੁੱਖ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਕ ਪਾਸੇ ਰੌਲਾ ਪਾ ਰਹੇ ਹਾਂ ਕਿ ਖਜ਼ਾਨਾ ਖਾਲੀ ਹੈ, ਮੁਲਾਜ਼ਮਾਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਹੈ ਤੇ ਖਜ਼ਾਨਾ ਸਾਡਾ ਤਾਂ ਲੁੱਟਿਆ ਜਾ ਰਿਹਾ। ਅਸੀਂ ਉਸ ਲੁੱਟੇ ਹੋਏ ਖਜ਼ਾਨੇ ਨੂੰ ਬਚਾਈਏ ਤਾਂ ਜੋ ਸਾਡਾ ਖਜ਼ਾਨਾ ਵੀ ਭਰੇ ਤੇ ਲੋਕਾਂ ਨੂੰ ਵੀ ਕੁਝ ਸਹੂਲਤ ਹੋਵੇ ਔਰ ਸਭ ਤੋਂ ਵੱਧ ਕੁਦਰਤ ਦੇ ਨਾਲ ਨਿਆਂ ਹੋਵੇ। ਜਿਹੜੀਆਂ ਇਹ ਚੀਜ਼ਾਂ ਚੱਲ ਰਹੀਆਂ ਨੇ ਇਹ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਨੂੰ ਖਮਿਆਜ਼ਾ ਭੁਗਤਣਾ ਪਏਗਾ। ਜਿਹੜੇ ਅਸੀਂ ਏਡੇ ਏਡੇ ਡੂੰਘੇ ਬੋਰ ਏਡੀਆਂ ਡੂੰਘੀਆਂ ਖੱਡਾਂ ਕਰ ਰਹੇ ਹਾਂ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਹੀ ਪਏਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।